अस्सलाम वालेकुम जी नाज़रीन, की हाल चाल है तमाम दोस्तों ਦਾ ਮੈਂ ਤੁਹਾਡਾ ਸੱਜਣ ਤੇ ਮਿੱਤਰ ਅਰਬਾਜ਼ ਸਾदिक। ਅੱਜ ਅਸੀਂ ਮੌਜੂਦ ਹਾਂ ਇੱਕ ਪੁਰਾਣੇ ਲੈਜੈਂਡਰੀ ਉਸਤਾਦ ਅਯੂਬ ਸਦੀਕੀ ਸਾਹਿਬ। ਮਾਸ਼ਾਅੱਲਾ ਬਹੁਤ ਜੀ ਫਤੂਹਾਤ ਪੂਰੀ ਆਪਣੀ ਲਾਈਫ ਦੇ ਵਿੱਚ ਮੁxtਲਿਫ ਜਗ੍ਹਾ ਦੇ ਉੱਤੇ ਇਹਨਾਂ ਨੇ ਕਬੂਤਰਬਾਜ਼ੀ ਕੀਤੀ ਔਰ ਜਿੱਥੇ ਵੀ ਇਹਨਾਂ ਨੇ ਕਬੂਤਰਬਾਜ਼ੀ ਕੀਤੀ ਟੌਪ ਦੀਆਂ ਪੋਜੀਸ਼ਨਾਂ, ਟੌਪ ਦੀਆਂ ਪ੍ਰਵਾਜ਼ਾਂ ਔਰ ਇੱਕ ਤਾਰੀਖ ਰਕਮ ਕੀਤੀ ਹੈ ਇਹਨਾਂ ਦੀ ਕਬੂਤਰਬਾਜ਼ੀ ਨੇ। ਲਾਹੌਰ ਚੈਂਪੀਅਨ ਲਾਤਦਾਦ ਦਫਾ, ਆਪਣੇ ਇਲਾਕਾਈ ਚੈਂਪੀਅਨ ਲਾਤਦਾਦ ਦਫਾ ਔਰ ਜਦੋਂ ਵੀ ਖੁਦ ਮੈਦਾਨ 'ਚ ਉਤਰੇ ਨੇ ਇਹਨਾਂ ਨੇ ਮਾਸ਼ਾਅੱਲਾ ਆਊਟਸਟੈਂਡਿੰਗ ਪਰਫਾਰਮੈਂਸਿਸ ਦਿੱਤੀਆਂ ਨੇ। ਇਸ ਟਾਈਮ ਇਹਨਾਂ ਦੇ ਘਰ ਵਾਲੀ ਛੱਤ 'ਤੇ ਮੌਜੂਦ ਹੈਗੇ ਆ ਔਰ ਇੱਥੋਂ ਵੀ ਬਹੁਤ ਹੀ ਆਲਾ ਰਿਜ਼ਲਟ ਆ ਰਿਹਾ ਹਰ ਸਾਲ ਹੀ। ਪਿਛਲੇ ਸਾਲ ਦੀ ਅਗਰ ਗੱਲ ਕੀਤੀ ਜਾਏ ਤਾਂ ਬਹੁਤ ਗਰਮੀ ਸੀ ਔਰ ਬਹੁਤ ਲੈਜੈਂਡਰੀ ਇੱਥੋਂ ਸਕੋਰਿੰਗ ਰਹੀ ਹੈ ਪੂਰੇ ਸਾਲ ਦੇ ਵਿੱਚ, ਇਹਨਾਂ ਦੀ ਪੋਜੀਸ਼ਨਿੰਗ ਰਹੀ ਹੈ। ਇਸ ਸਾਲ ਥੋੜ੍ਹਾ ਜਿਹਾ ਕੰਮ ਠੰਡਾ ਹੀ ਰਿਹਾ ਕਿਉਂਕਿ ਮੌਸਮ ਠੰਡਾ ਸੀ, ਕਬੂਤਰ ਹਨੇਰਿਆਂ ਦੇ ਲੱਗੇ ਨਹੀਂ ਸੀ ਹੋਏ ਉਹ ਜਿੰਦੀ ਵਜ੍ਹਾ ਤੋਂ 2-3 ਮਿਸ ਹੁੰਦੇ ਰਹੇ ਨੇ। ਮਾਸ਼ਾਅੱਲਾ ਅਯੂਬ ਸਾਹਿਬ ਬੜੇ ਪੁਰਾਣੇ ਉਸਤਾਦ ਨੇ ਔਰ ਬੜੇ ਪੁਰਾਣੇ ਉਸਤਾਦਾਂ ਕੋਲੋਂ ਸਿੱਖੇ ਹੋਏ ਨੇ ਔਰ ਬਿਲਕੁਲ ਦੇਸੀ ਕਬੂਤਰਬਾਜ਼ੀ ਤੋਂ ਇਹਨਾਂ ਨੇ ਆਗਾਜ਼ ਕੀਤਾ ਤੇ ਹੁਣ ਆਂਦੇ ਆਂਦੇ ਜਿੱਦਤ ਇਖਤਿਆਰ ਕੀਤੀ ਹੈ ਤੇ ਮਾਸ਼ਾਅੱਲਾ ਹੋਰ ਵੀ ਅੱਛਾ ਰਿਜ਼ਲਟ ਹੋ ਗਿਆ। ਤੇ ਚਲਿਏ ਉਸਤਾਦੋਂ ਨਾਲ ਗੁਫ਼ਤਗੂ ਦਾ ਸਿਲਸਿਲਾ ਸ਼ੁਰੂ ਕਰੀਏ। अस्सलाम वालेकुम साहब जी। वालेकुम अस्सलाम साहब जी माशाल्लाह ਤੁਸੀਂ ਪੁਰਾਣੇ ਪਲੇਅਰ ਹੋ ਔਰ ਪੁਰਾਣੇ ਸਾਥੀਜ਼ਾਂ ਕੋ ਸਿੱਖੇ ਹੋਏ ਹੋ। ਅੱਜ ਕੱਲ੍ਹ ਦੇ ਜਿਹੜੇ ਯੰਗਸਟਰ ਪਲੇਅਰ ਨੇ, ਨਵੇਂ ਮੁੰਡੇ ਨੇ, ਇਹਨਾਂ ਨੂੰ ਕਿਸ ਨਜ਼ਰ ਨਾਲ ਵੇਖਦੇ ਪਏ ਹੋ? देखो जी, नवे मुंडे ਜਿਹੜੇ ਹੈਗੇ ਨੇ ਇਹ ਜ਼ਰਾ ਤੇਜ਼ ਨੇ, ਇਹਨਾਂ 'ਚ ਰਫ਼ਤਾਰ ਇਹਨਾਂ ਦੀ ਤੇਜ਼ ਹੈ, ਪਰਵਾਜ਼ ਵੀ ਉਸੇ ਹਿਸਾਬ ਨਾਲ ਤੇਜ਼ ਹੈ। ਜਦੀਦ ਤਰੀਨ ਦੌਰ ਆ ਗਿਆ ਕਬੂਤਰਬਾਜ਼ੀ 'ਚ। ਹੁਣ ਲੋਕ ਇੰਗਲਿਸ਼ ਮੈਡੀਸਨਸ 'ਤੇ ਆ ਗਏ ਨੇ, ਦੇਸੀ ਦਵਾਵਾਂ ਛੱਡ ਕੇ, ਜਿਹਦੇ ਨਾਲ ਇੱਕ ਦੋ ਪਰਵਾਜ਼ਾਂ ਤੇ ਅੱਛੀਆਂ ਆਉਂਦੀਆਂ ਨੇ ਲੇਕਿਨ ਉਹਦੇ ਬਾਅਦ 'ਚ ਉਹ ਕਬੂਤਰ ਅਕਸਰ ਮਿਸ ਹੋ ਜਾਂਦੇ ਨੇ। ਦੇਸੀ ਦਵਾਵਾਂ ਜਿਹੜੀਆਂ ਹੈਗੀਆਂ ਸਨ, ਮੈਂ ਬੇਸਿਕਲੀ ਉਸਤਾਦ ਸ਼ੇਖ ਸਾਦਕ ਦਾ ਸ਼ਾਗਿਰਦ ਸਾਂ। ਕੀ ਬਾਤ। ਸ਼ੇਖ ਸਾਹਿਬ ਕੋਲੋਂ ਮੈਂ ਬਹੁਤ ਕੁਝ ਸਿੱਖਿਆ। ਉਹਦੇ ਬਾਅਦ ਮੈਂ ਤਿਬ ਵੀ ਪੜ੍ਹੀ। ਹਾਂ, ਉਹਦੇ ਨਾਲ ਮੈਨੂੰ ਬਹੁਤ ਫਾਇਦਾ ਹੋਇਆ ਕਿ ਮੈਂ ਉਹ ਜਿਹੜੀਆਂ ਮਾਜੂਨਾ ਤੇ ਇਹ ਚੀਜ਼ਾਂ ਸਨ ਬਾਜ਼ਾਰੋਂ ਲਿਆਂਦੇ ਸਾਂ ਹਮਦਰਦ ਵਾਲਿਆਂ ਕੋ ਜਾਂ ਅਜਮਲ ਵਾਲਿਆਂ ਕੋ, ਉਹ ਮੈਂ ਆਪ ਬਣਾਉਣੀਆਂ ਸ਼ੁਰੂ ਕੀਤੀਆਂ। ਜਦੋਂ ਮੈਂ ਉਹਨਾਂ ਦੇ ਸਹੀ ਨੁਕਸਾ ਅਦਵਿਆਤ ਲਿਆ ਕੇ, ਉਹਨਾਂ ਦੇ ਮਟੀਰੀਅਲ ਲਿਆ ਕੇ ਜਦੋਂ ਬਣਾਈਆਂ ਤੇ ਉਹਦੀ ਅਫਾਦੀਅਤ ਜਿਹੜੀ ਬਾਜ਼ਾਰੋਂ ਖਰੀਦੀ ਹੋਈ ਸੀ ਉਹਦੇ ਕੋਲੋਂ ਬਹੁਤ ਜ਼ਿਆਦਾ ਅੱਛੀ ਆਈ। ਤੇ ਮੈਂ ਉਹ ਹੁਣ ਕਾਫੀ ਅਰਸੇ ਤੋਂ ਤਕਰੀਬਨ 30 ਸਾਲ ਤੋਂ 40 ਸਾਲ ਤੋਂ ਮੈਂ ਹੁਣ ਆਪ ਹੀ ਬਣਾਉਣਾ ਵਾਂ ਮਾਜੂਨਾ, ਜਿਹਦੇ ਵਿੱਚ ਦਵਾਲ ਮਿਸ, ਜਵਾਰਿਸ਼ ਜਾਲੀ ਨੂਸ, ਜਵਾਹਰ ਮੋਰਾ, ਇਹ ਚੀਜ਼ਾਂ ਤੇ ਇਹਦੇ ਇਲਾਵਾ ਚਾਂਦੀ ਦਾ ਕੁਸ਼ਤਾ ਵੀ ਤਜਰਬੇ 'ਚ ਲਿਆਇਆ, ਉਹ ਵੀ ਕਾਮਯਾਬੀ ਨਾਲ ਬਣਿਆ। ਫਿਰ ਮੋਤੀ ਵੀ ਤੁਸੀਂ ਆਪ ਹੀ ਬਣਾਉਂਦੇ? ਬਾਰੀਕ ਜਿਹੜੇ ਮੋਤੀ ਵੀ ਜਿਹੜੇ ਅਸਲੀ ਮੋਤੀ ਨੇ ਉਹਨਾਂ ਨੂੰ ਆਪ ਲਿਆ ਕੇ, ਉਹਨਾਂ ਨੂੰ ਪੀ ਕੇ, ਉਹਨਾਂ ਨੂੰ ਮੁਖਤਲਿਫ ਤਰੀਕੇ ਨਾਲ ਉਹਨੂੰ ਬਣਾਉਣਾ ਹੈ ਮੈਂ, ਜਿਹਦੀ ਅਫਾਦੀਅਤ ਅੱਛੀ ਹੁੰਦੀ ਹੈ ਤੇ ਅੱਛਾ ਰਿਜ਼ਲਟ ਆਉਂਦਾ ਹੈ। ਕੀ ਬਾਤ। ਅੱਛਾ ਉਸਤਾਦ ਜੀ, ਮੇਰਾ ਜ਼ੇਨ ਜਿਹੜਾ ਬਣ ਗਿਆ ਨਾ ਉਹ ਥੋੜਾ ਇਸ ਪਾਸੇ ਬਣ ਗਿਆ ਕਿ ਅਸੀਂ ਅੱਜ ਥੋੜਾ ਜਿਹਾ ਨਾ ਇਸ ਚੀਜ਼ ਨੂੰ ਐਕਸਪੋਜ਼ ਕਰੀਏ। ਦਵਾਲ ਮਿਸਕ ਔਰ ਇਹ ਜੋ ਜਵਾਰ ਮੋਰਾ, ਮੋਤੀ, ਅਸੀਂ ਜਦੋਂ ਬਾਜ਼ਾਰੋਂ ਖਰੀਦਨੇ ਆ ਤੇ ਅਗਰ ਤੁਸੀਂ ਬਾਜ਼ਾਰੋਂ ਖਰੀਦੋ ਤਾਂ ਕਿਹੜੀ ਦੁਕਾਨ ਤੋਂ ਖਰੀਦੋਗੇ? ਜੀ ਮੈਂ ਪਹਿਲੇ ਹਮਦਰਦ ਵਾਲਿਆਂ ਦਾ ਤੇ ਅਜਮਲ ਖਾਂ ਤੋਂ ਲਿਆਉਣਾ ਸਾਂ ਜਦੋਂ ਸ਼ੁਰੂ 'ਚ ਮੈਂ ਸ਼ੁਰੂ ਕੀਤਾ, ਲੇਕਿਨ ਮੈਂ ਦੇਖਿਆ ਕਿ ਉਹਦਾ ਰਿਜ਼ਲਟ ਜਿਹੜਾ ਸੀ ਨਾ ਉਹ ਤਕਰੀਬਨ ਹੁਣ ਜਿਹੜਾ ਮੈਂ ਬਣਾਉਣਾ ਉਹਦੇ ਕੋਲੋਂ ਤਕਰੀਬਨ ਅੱਧਾ ਵੀ ਨਹੀਂ ਹੈਗਾ ਸੀ। ਉਹਦੀ ਵਜ੍ਹਾ ਹੈ ਕਿ ਉਹਦੇ ਵਿੱਚ ਜਿਹੜੀਆਂ ਕੀਮਤੀ ਚੀਜ਼ਾਂ ਨੇ ਜਵਾਹਰ ਮੋਰੇ 'ਚ ਉਹ ਕੋਈ ਨਹੀਂ ਪਾ ਰਿਹਾ ਸੀ। ਉਹ ਲੋਕ ਇੰਨੀ ਕੀਮਤਾਂ ਚੀਜ਼ਾਂ ਪਾ ਕੇ ਨਹੀਂ ਬਣਾਉਂਦੇ, ਜਿਹਦੀ ਵਜ੍ਹਾ ਨਾਲ ਉਹਦੀ ਅਫਾਦੀਅਤ ਘਟ ਗਈ ਹੈ। ਲੇਕਿਨ ਜਿਹੜਾ ਆਪ ਬਣਾਓ ਉਹ ਤਕਰੀਬਨ ਬੜਾ ਮਹਿੰਗਾ ਪੈਂਦਾ ਇੱਕ ਤੇ। ਹਾਂ ਸਹੀ ਗੱਲ। ਤਕਰੀਬਨ 1.5-2 ਲੱਖ ਰੁਪਏ ਦਾ ਉਹਦੀਆਂ ਚੀਜ਼ਾਂ ਲਿਆ ਕੇ ਫਿਰ ਬਣਾਉਣਾ ਪੈਂਦਾ ਤੇ ਉਹ ਵੀ ਬਹੁਤ ਥੋੜੀ ਮਿਕਦਾਰ 'ਚ ਬਣਦਾ ਹੈ, ਜਿਹਦੇ ਵਿੱਚ ਕਸਤੂਰੀ, ਅੰਬਰ, ਜ਼ਾਫਰਾਨ, ਸੱਚੇ ਮੋਤੀ ਤੇ ਸਲਾਜੀਤ ਤੇ ਹੋਰ ਬਹੁਤ ਸਾਰੇ ਕੀਮਤੀ ਪੱਥਰ ਜਿਨ੍ਹਾਂ ਨੂੰ ਜਵਾਹਰਾਤ ਕਹਿੰਦੇ ਹਾਂ, ਉਹ ਪਾਏ ਜਾਂਦੇ ਨੇ, ਜਿਹਦੀ ਵਜ੍ਹਾ ਨਾਲ ਉਹ ਕਾਫੀ ਮਹਿੰਗਾ ਬਣਦਾ ਹੈ। ਹਾਂ ਸਹੀ ਗੱਲ।
ਤੇ ਉਹਨੂੰ ਬਣਾਉਣਾ ਵੀ ਆਸਾਨ ਨਹੀਂ ਹੈਗਾ। ਤਕਰੀਬਨ ਮੈਂ ਤੇ ਮੇਰੇ ਬੱਚੇ ਰਲ ਕੇ 1 ਮਹੀਨੇ 'ਚ ਬਣਾਉਂਦੇ ਆ ਜਾ ਕੇ। ਜਵਾਹਰ ਮੋਹਰਾ ਜਿਹੜਾ ਹੈ ਇੰਨੀ ਆਸਾਨੀ ਨਾਲ ਨਹੀਂ ਬਣਦਾ। ਇਸੇ ਤਰ੍ਹਾਂ ਜਿਹੜੀ ਦਵਾਉਲ ਮਿਸਕ ਮੋਤਦਿਲ ਜਵਾਹਰਦਾਰ ਹੈ, ਉਹਦੇ ਵਿੱਚ ਜਵਾਹਰਾਤ ਕੋਈ ਪਾ ਕੇ ਰਾਜ਼ੀ ਨਹੀਂ ਹੈ। ਹਾਂ ਬਾਜ਼ਾਰ ਤੋਂ ਜਿਹੜੀ ਮਿਲਦੀ ਉਹਦੇ ਵਿੱਚ, ਜਦੋਂ ਉਹਦੇ 'ਚ ਅਸੀਂ ਜਵਾਹਰਾਤ ਪਾਉਂਦੇ ਹਾਂ ਤੇ ਉਹਦੀ ਅਫਾਦੀਅਤ ਬਹੁਤ ਤੇਜ਼ ਤੇ ਫਾਸਟ ਹੋ ਜਾਂਦੀ ਹੈ, ਤੇ ਉਹ ਕਬੂਤਰ ਦੇ ਮਿਜਾਜ਼ ਨੂੰ ਜਲਦੀ ਕਵਰ ਕਰ ਲੈਂਦੀ ਹੈ, ਤੇ ਉਹਦੀ ਤਾਕਤ ਦੁਬਾਰਾ ਜਲਦੀ ਬਹਾਲ ਕਰ ਦਿੰਦੀ ਹੈ। ਉਹਦੇ ਮੈਦੇ ਦੀ ਅਸਰ, ਮੈਦਾ ਜਿਹੜਾ ਉਹ ਅੱਛਾ ਕੰਮ ਕਰਨ ਲੱਗ ਪੈਂਦਾ ਹੈ। ਇਹਦੇ ਇਲਾਵਾ ਉਹਦੇ ਪੱਠੇ ਵੀ ਮਜ਼ਬੂਤ ਹੋ ਜਾਂਦੇ ਨੇ ਜਿਹੜੀ ਮੈਂ ਬਣਾਉਣਾ ਵਾ। ਤੇ ਉਹਦਾ ਨਾਂ ਅਸੀਂ ਰੱਖਿਆ ਮਾਜੂਨ ਪਰਵਾਜ਼ ਪਲੱਸ। ਪ੍ਰਵਾਜ਼ ਪਲੱਸ, ਅੱਛਾ ਅੱਛਾ। ਉਹ ਜ਼ਿਆਦਾ ਕੰਮ ਕਰ ਰਹੀ ਹੈ ਅੱਜ ਕੱਲ੍ਹ। ਮੇਰੇ ਬੱਚੇ ਵੀ ਉਹ ਇਸਤੇਮਾਲ ਕਰਦੇ ਨੇ ਤੇ ਕਈ ਦੋਸਤ ਵੀ ਕਰ ਰਹੇ ਨੇ ਉਹਨੂੰ। ਉਹਨਾਂ ਦਾ ਅੱਛਾ ਰਿਜ਼ਲਟ ਆਇਆ ਹੈ। ਲਾਹੌਰੋਂ ਮੁਲਤਾਨ ਵੀ ਜਾ ਰਹੀ ਹੈ, ਪਿੰਡੀ ਵੀ ਗਈ ਹੈ, ਫੈਸਲਾਬਾਦ ਵੀ ਗਈ ਹੈ, ਜੇਲਮ ਵੀ ਗਈ ਹੈ, ਤੇ ਉਹਦੇ ਰਿਜ਼ਲਟ ਅੱਛੇ ਆਏ ਨੇ। ਇਹ ਬੇਸਿਕਲ ਤੇ ਦਵਾਲ ਮਿਸਕ ਹੈ। ਹਾਂਜੀ, ਇਹਦੇ ਵਿੱਚ ਕੁਝ ਜਵਾਹਰਾਤ ਅਸੀਂ ਨਵੇਂ ਪਾ ਦਿੰਦੇ ਹਾਂ ਤੇ ਕੁਝ ਕਸਤੂਰੀ ਅੰਬਰ, ਜ਼ਾਫਰਾਨ ਵਗੈਰਾ, ਜਿਹਦੇ ਨਾਲ ਉਹਦੀ ਤਾਕਤ ਜਿਹੜੀ ਹੈ ਨਾ ਉਹ ਜ਼ਿਆਦਾ ਵੱਧ ਜਾਂਦੀ ਹੈ, ਦੁਬਾਲਾ ਹੋ ਜਾਂਦੀ ਹੈ। ਦੁਬਾਰਾ ਹੋ ਜਾਂਦੀ ਹੈ, ਤੇ ਉਹ ਜ਼ਿਆਦਾ ਅਸਰ ਕਰਦੀ ਹੈ। ਅੱਛਾ, ਕਸਤੂਰੀ ਅੰਬਰ ਜਾਂ ਜ਼ਾਫਰਾਨ, ਇਹ ਚੀਜ਼ਾਂ ਲਾਜ਼ਮੀ ਨੇ ਕਬੂਤਰਬਾਜ਼ੀ ਲਈ ਜਾਂ ਇਸ ਤੋਂ ਇਲਾਵਾ ਵੀ ਹੋ ਸਕਦੀ? ਇਸ ਤੋਂ ਇਲਾਵਾ ਵੀ ਹੁੰਦੀ ਹੈ। ਮਸਲਨ ਇਹ ਇੰਗਲਿਸ਼ ਮੈਡੀਸਨਸ ਤੋਂ ਵੀ ਲੋਕ ਕਰ ਰਹੇ ਨੇ, ਲੇਕਿਨ ਉਹਦੇ ਨਾਲ ਇਹ ਹੁੰਦਾ ਹੈ ਕਿ ਉਹਦੇ ਨਾਲ ਇੱਕ ਅੱਧੀ ਉਡਾਰ ਹੁੰਦੀ, ਉਹਦੇ ਬਾਅਦ ਕਬੂਤਰ ਦੇ ਗੁੱਠ ਜਿਹੜੇ ਨੇ ਉਸ ਹਿਸਾਬ ਨਾਲ ਕੰਮ ਨਹੀਂ ਕਰਦੇ ਜਿਸ ਤਰ੍ਹਾਂ ਇਹ ਦੇਸੀ ਦਵਾਈ ਨਾਲ ਕਰਦੇ ਨੇ। ਉਹਨਾਂ ਦੇ ਰੈੱਡ ਸੈੱਲ ਜਿਹੜੇ ਨੇ ਉਹ ਕਮਜ਼ੋਰ ਹੋ ਜਾਂਦੇ ਨੇ, ਉਹਨਾਂ ਦੇ ਪੱਠੇ ਕਮਜ਼ੋਰ ਹੋ ਜਾਂਦੇ ਨੇ, ਲੇਕਿਨ ਉਹਨਾਂ ਦਾ ਰੀਪ੍ਰੋਸੈਸ ਨਹੀਂ ਹੁੰਦਾ। ਲੇਕਿਨ ਇਹ ਦੇਸੀ ਦਵਾਈ ਨਾਲ ਉਹ ਰੀਪ੍ਰੋਸੈਸ ਉਹਨਾਂ ਦਾ ਅੱਛਾ ਹੁੰਦਾ ਹੈ, ਤੇ ਉਹ ਦੁਬਾਰਾ ਉਸ ਕਾਬਲ ਹੋ ਜਾਂਦੇ ਨੇ ਜਿਸ ਤਰ੍ਹਾਂ ਉਹ ਪ੍ਰਵਾਸ ਕਰ ਰਹੇ ਨੇ। ਹਾਂ 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 ਹਾਂ, ਠੀਕ ਠੀਕ ਠੀਕ। ਲੇਕਿਨ ਇਹ ਤਾਂ ਬੜੀ ਮਹਿੰਗੀ ਪਈ ਹੈਗੀ ਸਾਹ ਜੀ। ਹਾਂ ਜੀ, ਇਹ ਕਬੂਤਰਬਾਜ਼ੀ ਬੜੀ ਮਹਿੰਗੀ ਹੈ, ਤੇ ਇਹ ਗਰੀਬ ਬੜੀ ਬੰਦਾ ਮਿਹਨਤ ਵੀ ਕਰਨੀ ਪੈਂਦੀ ਹੈ। ਹਾਂ, ਇਹ ਬਣਾਉਣ ਵਾਸਤੇ ਮਿਹਨਤ ਬਹੁਤ ਕਰਨੀ ਪੈਂਦੀ ਹੈ। ਚੀਜ਼ਾਂ ਲਿਆ, ਉਹਨੂੰ ਖਰਲਕਾਰ, ਫਿਰ ਲੱਭ ਕੇ ਚੀਜ਼ਾਂ ਲੱਭਦੀਆਂ ਵੀ ਬੜੀਆਂ ਮੁਸ਼ਕਿਲ ਨੇ। ਹਾਂ ਜੀ, ਮੈਂ ਅਕਬਰੀ ਮੰਡੀ, ਪਾਪੜ ਮੰਡੀ ਹੈ, ਹਕੀਮਾਂ ਬਾਜ਼ਾਰਾਂ, ਇਹ ਸਾਰਾ ਫਿਰ ਕੇ ਤੇ ਇਹ ਚੀਜ਼ਾਂ ਲੈਣਾ ਵਾ। ਕੁਝ ਚੀਜ਼ਾਂ ਇੱਥੋਂ ਨਹੀਂ ਮਿਲਦੀਆਂ ਤੇ ਕਰਾਚੀ ਤੋਂ ਵੀ ਮੰਗਵਾ ਲੈਣਾ ਵਾ। ਕਰਾਚੀ ਤੋਂ ਵੀ ਮੰਗਵਾ ਲੈਂਦੇ? ਅੱਛਾ ਅੱਛਾ ਅੱਛਾ। ਕਰਾਚੀ ਵਾਵਾ ਵੱਡੀ ਆਲਮੀ ਮੰਡੀ ਹੈ ਇਹ ਚੀਜ਼ਾਂ ਦੀ। ਹਾਂ, ਲੇਕਿਨ ਲਾਹੌਰ ਦੀ ਮੰਡੀ ਜਿਹੜੀ ਹੈ ਇਹ ਵੀ ਬਹੁਤ ਵੱਡੀ ਹੈ। ਬਾਜ਼ਾਰ ਹਕੀਮਾ ਬਹੁਤ ਬੜਾ ਹੈ। ਇਹਦੇ ਇਲਾਵਾ ਅਕਬਰੀ ਮੰਡੀ ਦੇ ਜਿਹੜੇ ਅੰਦਰ ਵੀ ਬਹੁਤ ਸਾਰੀਆਂ ਚੀਜ਼ਾਂ ਅਸਲੀ ਤੇ ਅੱਛੀ ਤਾਦਾਦ 'ਚ ਮਿਲ ਜਾਂਦੀਆਂ ਨੇ। ਆਮ ਮਾਰਕੀਟਾਂ ਤੋਂ ਥੋੜ੍ਹੀਆਂ ਸਸਤੀਆਂ ਵੀ ਮਿਲ ਜਾਂਦੀਆਂ ਨੇ। ਹਾਂ ਠੀਕ। ਅੱਛਾ ਉਸਤਾਦ ਜੀ, ਮਾਸ਼ਾਅੱਲਾ ਤੁਹਾਡੇ ਬੜੀਆਂ ਫਤੂਹਾਤ ਨੇ ਲਾਹੌਰ ਦੇ ਵਿੱਚ ਵੀ, ਲਾਹੌਰੋਂ ਬਾਹਰ ਵੀ। ਇਮਤਿਆਜ਼ ਰਿਜ਼ਵੀ ਸਾਹਿਬ ਵੱਲ ਤੁਸੀਂ ਲਾਹੌਰ ਚੈਂਪੀਅਨ ਬਣੇ। ਹਾਂ ਜੀ, 2008 'ਚ ਇਮਤਿਆਜ਼ ਰਿਜ਼ਵੀ ਸਾਹਿਬ ਦੀ ਛੱਤ, 2006 'ਚ ਮੈਂ ਉੱਥੇ ਗਿਆ ਸਾਂ। 2006 'ਚ ਉੱਥੇ ਕਬੂਤਰ ਉਡਾਏ, ਤੇ ਉਸ ਜ਼ਮਾਨੇ 'ਚ 735 ਤੱਕ ਮੇਰੇ ਕਬੂਤਰ ਉੱਥੇ ਬੈਠੇ। ਹਾਂ, ਲੇਕਿਨ ਅਸੀਂ ਚੈਂਪੀਅਨ ਨਹੀਂ ਹੋਏ। ਅੱਛਾ। ਨੈਕਸਟ ਈਅਰ 2007 'ਚ ਫਿਰ ਜਨਾਬ ਜਦੋਂ ਜੇਠ ਦਾ ਸ਼ੌਕ ਸ਼ੁਰੂ ਹੋਇਆ, ਤੇ ਮੈਂ ਜਨਾਬ ਤੀਸਰੀ ਪੋਜੀਸ਼ਨ ਤੇ ਚੱਲ ਰਿਹਾ ਸਾਂ ਲਾਹੌਰ ਤੇ ਪੱਪੂ ਭਾਈ ਮੇਰਾ ਛੋਟਾ ਭਾਈ ਦੂਸਰੀ पोजीशन पे चल रहा सी। आगे पीछे ही जा रहे। 2007 में मैं बहरीन चैम्पियन हुआ। वजारत खेल बहरीन ने लाहौर में ये टूर्नामेंट मुनक़द कराया, और जनाब पहला लाहौर में कार उड़ी। इसमें जो बहरीन वजारत खेल बहरीन ने एक फर्स्ट प्राइज़ और रखा कार का सही मेहरान। तो वो जनाब जब कबूतर उड़े तो मैं तीसरी पोजीशन पर चल रहा था, और मेरा छोटा भाई पप्पू भाई इखलाक अहमद खान की छत से दूसरी पोजीशन पर चल रहा था। वाह। तीसरी बाजी वाले दिन मैं तीसरी पे आ गया, वो चौथी पे चला गया। फिर इसके बाद में ये हुआ कि चौथा जिस दिन फाइनल था, सारा लाहौर 10 साढ़े 10 बजे बैठ गया, और मेरा पहला कबूतर 1:30 बजे बैठा, और शाम 6 बजे तक मेरे कबूतर बैठे, और मैं बहरीन कप चैम्पियन हो गया। वाह।
اور بہادر کبوتر بھی میرا ہی ہوا اس میں. اس طرح میں نے ایک موٹر سائیکل اور ایک کار جیتی جو مجھے بحرین کے وزیر کھیل نے دی. پرائز ڈسٹریبیوشن جب ہوا وہ سارے آئے اور انہوں نے مجھے وہ دی. صحیح اس دور 'ਚ ਇਹ ਵੀ ਇਨਾਮ ਬਹੁਤ ਵੱਡੇ ਹੈਗੇ ਸੀ. بہت ਬਾਈਕ ਔਰ ਕਾਰ ਜਿਹੜੀ ہاں جی پہلی کار تھی نا وہ لوگ ਪਹਿਲੀ ਕਾਰ ਦੇ لاہور ਲਾਹੌਰ میں 'ਚ یہ پہلی ہی کار اڑی تھی. پھر اس کے مہران کار پہلی کار مہران ਮਹਿਰਾਨ ਥੀ. مہران تھی ہاں بہت بڑی بات 2007 میں 2007 میں. تو بحرین دا وزیر کھیل بدو دے سنیارا تھا وہ فرسٹ چل رہا تھا پہلے لیکن چوتھے دن جناب وہ 10 بجے بیٹھ گیا تھا سارے کبوتر اس کے اور میرا پہلے ہی 1 بجے بیٹھا تھا تو پھر وہ ਤੁਹਾਡੀ ਐਵਰੇਜ ਬਹੁਤ ਅੱਗੇ ਚਲੀ میری ایوریج اس سے پہلے تو 6 گھنٹے پیچھے تھی لیکن بعد میں نے وہ 6 گھنٹے بھی کور کیا اور 8 گھنٹے زیادہ بنا دیے. ਸਾਜੀ ਪੁਰਾਣੇ اساتذہ ਸੀ ਨਾ ਜਿਹੜੇ ਉਹ ਕਬੂਤਰ ਨੂੰ ਜ਼ਾਇਆ ਵੀ ਨਹੀਂ ਹੋਣ ਦਿੰਦੇ ਸੀ. ہاں جی میرا جو پہلے دن 7 کبوتر تھے وہ آخری دن بھی وہی 7 تھے. ਮੈਂ ਇਸੇ ਤਰਫ ਹੀ ਜਾ ਰਿਹਾ. ਉਹ ਕਬੂਤਰ ਨੂੰ ਜ਼ਾਇਆ ਵੀ ਨਹੀਂ ਹੋਣ ਦਿੰਦੇ ਸੀ, ਉਹਨਾਂ ਕੋਲ ਪ੍ਰਵਾਜ਼ ਵੀ ਲਈ ਜਾਂਦੇ ਸੀ. ਅੱਜ ਕੱਲ ਇਹ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ. ਇੱਕ ਦੋ ਦਿਨ ਕਬੂਤਰ اس ਉੱਡੇਗਾ. معاملے میں میرا استاد شیخ صادق کی بڑی یہ اچھی ٹیکنیک تھی کہ وہ جناب ہمیشہ جو 7 کبوتر پہلے دن بازی میں ڈال دیتا تھا وہ 7ویں بازی دن بھی وہی 7 ہوتے تھے, ایک بھی ضائع نہیں ہوتا تھا. اور اس سے میں نے سیکھا اور مجھے فخر ہے کہ میں شیخ صادق کا شاگرد ہوں. اس نے مجھے بہت اچھی ٹیکنالوجی یہ کبوتر بازی فن کبوتر بازی کی سکھائی اور پھر میں نے اس میں مزید جدت پیدا کی. اپنی طب کی کتابیں پڑھ کے اور معجونیں وغیرہ بنا کے پھر میں کافی آگے نکل گیا اس کا. ਮਾਸ਼ਾਅੱਲਾ. ਅੱਛਾ ਸ਼ੇਖ ਸਾਹਿਬ ਜਾਂ ਪੁਰਾਣੇ ਜਿੰਨੇ ਵੀ ਉਸਤਾਦ ਸੀ ਨਾ ਉਹਨਾਂ ਦੀ ਇਹੀ ਤਕਰੀਬਨ ਟੈਕਨੀਕ ਚੱਲਦੀ ਸੀ ਕਿ ਉਹ ਕਬੂਤਰ ਨੂੰ ਜ਼ਾਇਆ ਨਹੀਂ ਸੀ ਹੋਣ ਦਿੰਦੇ. ਤੇ ਮੇਰਾ ਬੇਸਿਕ ਸਵਾਲ ਵੀ ਇਹ ਸੀ ਕਿ ਕੀ ਵਜ੍ਹਾ ਸੀ ਜਿੰਦੀ ਵਜ੍ਹਾ ਤੋਂ ਕਬੂਤਰ ਜ਼ਾਇਆ ਨਹੀਂ ਸੀ ਹੁੰਦੇ ਔਰ ਪ੍ਰਵਾਜ਼ ਵੀ ਲਿੱਤੀ ਜਾਂਦੀ ਸੀ. پہلی گل تو یہ ہے کہ اس زمانے 100% لوگ دیسی دواواں استعمال کرتے سن جہدا سائڈ افیکٹ بہت گھٹ ہوندا سی. ਹਾਂਜੀ ਵਾਹ. ਉਹਦੀ ਵਜ੍ਹਾ ਨਾਲ ਦੂਸਰੇ ਉਹ ਕਬੂਤਰ ਨੂੰ ਇੰਨਾ ਜ਼ਿਆਦਾ ਫੜਕਾ ਕੇ ਤੇ ਤਾਕਤਵਰ ਬਣਾ ਕੇ ਲਿਆਂਦੇ ਸਨ ਕਿ ਉਹਨਾਂ ਦਾ ਜ਼ਾਇਆ ਹੁੰਦਾ ਇਮਕਾਨ ਬਹੁਤ ਘੱਟ ਹੋ ਜਾਂਦਾ ਸੀ. ਤੇ ਸ਼ੇਖ ਸਾਦਕ ਵੀ ਇਸੇ ਟੈਕਨੀਕ ਤੇ ਚੱਲਦਾ ਸੀ ਤੇ ਉਹ ਬੜੀ ਮਿਹਨਤ ਨਾਲ ਕਬੂਤਰ ਬਣਾਉਂਦਾ ਸੀ ਤੇ ਇਹੋ ਹੀ ਮਾਜੂਨਾ ਜਿਹੜੀਆਂ ਆਮ ਅੱਜ ਕੱਲ੍ਹ ਇਸਤੇਮਾਲ ਹੋ ਰਹੀਆਂ ਕਰਦਾ ਸੀ. ਲੇਕਿਨ ਉਹ ਜਵਾਹਰ ਮੋਰਾ ਵੀ ਇਸਤੇਮਾਲ ਕਰਦਾ ਸੀ ਤੇ ਮੋਤੀ ਵੀ ਇਸਤੇਮਾਲ ਕਰਦਾ ਸੀ, ਜਵਾਹਰ ਮੋਰਾ ਵੀ ਇਸਤੇਮਾਲ ਕਰਦਾ ਸੀ, ਦਵਾਲ ਮਿਸਕ ਵੀ ਇਸਤੇਮਾਲ ਕਰਦਾ ਸੀ ਜਵਾਹਰਦਾਰ ਵਾਲੀ. ਤੇ ਇਹਨਾਂ ਚੀਜ਼ਾਂ ਤੇ ਉਹਨੂੰ ਅਬੂਰ ਹਾਸਲ ਸੀ. ਸਹੀ ਗੱਲ ਹੈ. ਜਿਹਦੀ ਵਜ੍ਹਾ ਨਾਲ ਉਹਦੀ ਕਾਮਯਾਬੀ ਹੁੰਦੀ ਸੀ ਉਹਨੂੰ. ਹਾਂ ਸਹੀ ਗੱਲ ਹੈ. ਅੱਛਾ ਉਸਾ ਜੀ ਫਿਰ ਦੂਸਰੀ ਚੀਜ਼ ਆਂਦੀ ਸਾਡੀ ਟ੍ਰੇਨਿੰਗ 'ਚ ਵੀ ਫਰਕ ਆ ਗਿਆ. ਹਾਂ ਜੀ ਹੁਣ ਲੋਕ ਜ਼ਿਆਦਾ ਜਦੀਦ ਤਰੀਨ ਫਾਰਮੂਲੇ ਇਸਤੇਮਾਲ ਕਰ ਰਹੇ ਨੇ ਜਿਹਦੇ ਵਿੱਚ ਮੈਡੀਕਲ ਨੇ ਬੜਾ ਦਖਲ ਦੇ ਦਿੱਤਾ ਜੇ. ਉਹਦੀ ਵਜ੍ਹਾ ਨਾਲ ਇਹ ਹੈ ਕਿ ਕਬੂਤਰ ਇਹ ਜਿਹੜਾ ਜ਼ਾਇਆ ਹੋਣ ਦੀ ਰਫਤਾਰ ਵੱਧ ਗਈ ਹੈ ਨਾ ਉਹਦੀ ਵਜ੍ਹਾ ਇਹ ਹੈ ਕਿ ਲੋਕ ਵਿਲਾਇਤੀ ਦਵਾਵਾਂ ਇਸਤੇਮਾਲ ਕਰ ਰਹੇ ਨੇ. ਉਹਦੇ ਨਾਲ ਕਬੂਤਰ ਇੱਕਦਮ ਖਿੱਚਿਆ ਜਾਂਦਾ ਹੈ ਤੇ ਅਗਰ ਉਹ ਜਿਸਮਾਨੀ ਤੌਰ ਤੇ ਕਮਜ਼ੋਰ ਹੋਵੇ ਮਜ਼ਬੂਤ ਨਾ ਹੋਵੇ ਤੇ ਉਹ ਜ਼ਾਇਆ ਹੋ ਜਾਂਦਾ ਹੈ ਜਾਂ ਇੱਕ ਅੱਧੀ ਉਡਾਰ ਦੇ ਕੇ ਜ਼ਾਇਆ ਹੋ ਜਾਂਦਾ ਹੈ. ਤੇ ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ ਦੇਸੀ ਦਵਾਵਾਂ ਵੱਲ ਵਾਪਸ ਆਉਣਾ ਚਾਹੀਦਾ. ਸਹੀ ਗੱਲ ਹੈ. ਤੇ ਉਹਦੇ ਨਾਲ ਫਾਇਦਾ ਹੋਏਗਾ. ਜੇੜ ਦੇ ਵਿੱਚ ਤੇ ਜਿਹੜੇ ਅਸਾਤਜ਼ਾ ਖੇਲਦੇ ਨੇ ਰੈਗੂਲਰ ਉਹ ਤਕਰੀਬਨ ਸਾਰੇ ਦੇਸੀ ਹੀ ਯੂਜ਼ ਕਰਦੇ ਨੇ. ਹਾਂ ਜੀ ਵਿੱਚ ਵਿਲਾਇਤੀ ਵੀ ਇਸਤੇਮਾਲ ਕਰਦੇ ਨੇ ਲੇਕਿਨ 60-70% ਜ਼ਿਆਦਾਤਰ ਦੇਸੀ ਦਵਾਵਾਂ ਇਸਤੇਮਾਲ ਕਰਦੇ ਨੇ. ਉਹਦੇ ਨਾਲ ਇਹ ਹੈਗਾ ਕਿ ਕਬੂਤਰ ਦੇ ਜ਼ਾਇਆ ਹੋਣ ਦੀ ਜਿਹੜੀ ਉਹ ਹੈਗੀ ਹੈ ਘਟ ਜਾਂਦੀ ਹੈ, ਐਵਰੇਜ ਘਟ ਜਾਂਦੀ ਹੈ ਉਹਨਾਂ ਦੀ. ਅੱਛਾ ਦੇਸੀ ਦਵਾਵਾਂ ਤੋਂ ਇਹ ਵੀ ਗੱਲ ਸਾਹਮਣੇ ਆਉਂਦੀ ਕਿ ਯਾਰ ਉਸ ਹਿਸਾਬ ਦੀ ਪ੍ਰਵਾਜ਼ ਨਹੀਂ ਲਿੱਤੀ ਜਾਂਦੀ ਜਿਸ ਤਰ੍ਹਾਂ ਅਸੀਂ ਵਿਲਾਇਤੀ ਨਹੀਂ ਇਹ ਸਿਰਫ ਸਾਡੇ ਸੋਚਣ ਦੀ ਗੱਲ ਹੈਗੀ ਹੈ. ਜਿਹੜਾ ਕਬੂਤਰ ਮੋਤੀ ਜਾਂ ਜਵਾਰ ਮੋਹਰਾ ਤੇ ਬਣਿਆ ਹੁੰਦਾ ਨਾ ਉਹ ਬੜੀ ਅੱਛੀ ਪ੍ਰਵਾਜ਼ ਦਿੰਦਾ ਜੇ. ਤੇ ਸਭ ਤੋਂ ਵੱਡੀ ਗੱਲ ਕਨਫਰਮ ਇਹ ਹੁੰਦਾ ਹੈ ਕਿ ਉਹਦੀ ਵਾਪਸੀ ਬੜੀ ਮਜ਼ਬੂਤ ਹੁੰਦੀ ਹੈ. ਮੌਸਮ ਖਰਾਬ ਹੋ ਜਾਏ ਕੁਝ ਹੋ ਜਾਏ ਗਰਮੀ ਜ਼ਿਆਦਾ ਹੋ ਜਾਏ ਉਹ ਵਾਪਸ ਆਉਂਦਾ ਹੈ ਆਪਣੀ ਤਾਕਤ ਤੇ
ਐਜ਼ ਹਰਬਲ ਮੈਡੀਸਨ ਦੀ ਵਜ੍ਹਾ ਨਾਲ ਉਹ ਘਰ ਵਾਪਸ ਬਹੁਤ ਅੱਛਾ ਆਉਂਦਾ ਹੈ। ਠੀਕ, ਸੰਭਾਲਦੇ ਵੀ ਦੇਸੀ ਤੇ ਹੀ ਰਹੇ ਹੋ? हाँ जी, देसी ते भी संभालता रहे, फिर कुछ अरसे मैं इलेक्ट्रोलाइट से भी संभालता रहे। ਅੱਛਾ, ਉਹ ਜਿਹੜੇ ਬਾਹਰੋਂ ਆਉਂਦੇ ਨੇ। बाहरों भी आंदे ने, मैं एक देसी इलेक्ट्रोलाइट भी खुद बनाना वा। ਅੱਛਾ, ਉਹ ਉਸਤਾਦ ਜੀ ਕਿਸ ਤਰ੍ਹਾਂ ਬਣਦੇ ਨੇ? वो बन जाते ने मुख्तलिफ विटामिन ते ग्लूकोज ते इस किस्म के नार्मल सलाइन वगैरह पा के वो मैं बनाना वा। ਉਹਦੀ मैं देखिया कि ਉਹਦੀ भी बड़ी अच्छी कामयाबी हुई है ਉਹਦੇ ਵਿੱਚ ਕਿ ਉਹ ਬੜਾ ਕਾਮਯਾਬ ਹੈਗਾ। ਕਬੂਤਰ ਨੂੰ ਫੌਰੀ ਤੌਰ ਤੇ ਸੰਭਾਲਾ ਦੇ ਦਿੰਦਾ ਆਏ ਹੋਏ ਨੂੰ, ਉੱਡੇ ਹੋਏ ਨੂੰ। ਤੇ ਇਹੋ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਕਬੂਤਰ ਆ ਕੇ ਪੈਰਾਂ ਤੇ ਖੜਾ ਹੋ ਜਾਏ ਜਲਦੀ। ਸਹੀ ਗੱਲ ਹੈ। ਉਹ ਹੋ ਜਾਂਦਾ ਹੈ ਇਲੈਕਟ੍ਰੋਲਾਈਟਸ ਦੇਸੀ ਤੇ ਹੀ ਜ਼ਿਆਦਾ ਤੁਸੀਂ ਤੱਕੀਆ ਹਾਂ ਕਰਦੇ ਹੋ, ਬਲੈਤੀ ਹਲ ਘੱਟ ਹੀ ਜਾਂਦੇ ਹੋ। ਅੱਗੋਂ ਤੁਹਾਡੀ ਨਵੀਂ ਜਨਰੇਸ਼ਨ ਮਾਸ਼ਾਅੱਲਾ ਆਈ ਹੈ, ਹਮਜ਼ਾ ਭਾਈ ਔਰ ਦੂਸਰੇ ਜਿਹੜੇ ਵੱਡੇ ਭਾਈ ਨੇ, ਉਹ ਬਲੈਤੀ ਵੀ ਕਰ ਰਹੇ ਨੇ, ਦੇਸੀ ਵੀ ਕਰ ਰਹੇ ਨੇ। ਕੁਝ ਮੇਰੇ ਨੁਕਸੇ ਇਸਤੇਮਾਲ ਕਰਦੇ ਨੇ, ਕੁਝ ਆਪਣੇ ਕਰਦੇ ਨੇ। ਕੁਝ ਆਪਣੇ ਵੀ ਇਹਨਾਂ ਨੇ ਬਣਾਏ ਹੋਏ ਨੇ। ਹਾਂ, ਤੇ ਮਿਕਸ ਹੀ ਇਹ ਸਿਸਟਮ ਚੱਲਦਾ ਮਿਕਸ ਚੱਲ ਰਿਹਾ ਹੁਣ। ਇਸ ਸਾਲ ਤੁਸੀਂ ਪਿੱਛੇ ਇੰਨਾ ਜ਼ਿਆਦਾ ਨਜ਼ਰ ਨਹੀਂ ਆਏ। 2-4 ਟੂਰਨਾਮੈਂਟਸ ਜਿਹੜੇ 2-4 ਇਤਵਾਰ ਹੋਏ ਨੇ, ਬਗੈਰ ਤੁਹਾਡੇ ਕਬੂਤਰ ਮਿਸ ਵੀ ਹੁੰਦੇ ਰਹੇ ਨੇ। 4 इतवार हम उड़े हैं इस हाँ, 4 इतवार उड़े टोटल। पहले इतवार में हम 15 वाला जो उड़ा था असू का, उसके अंदर हमने 7 कबूतरों का टूर्नामेंट उड़ाए थे। और 7 वाले जो हमारे एरिया के थे वो सारे हमने विन किए थे। फिर कोई 3 वाला 2 वाला तो उसमें हमने पार्टिसिपेट किया था, उसमें भी हमारी पोजीशनें आई। उसके बाद हम जो विसाख का पहला इतवार उड़े हैं उसके अंदर भी हमने टोटल मेरे ख्याल से 12-13 कपों में फर्स्ट पोजीशन आई है, लाहौर लेवल ही कपों। हाँ, और उसके अलावा लाहौर के जो ओवरऑल 6 कप या 5 कपों में हमारी जो है ना वो तीसरी पोजीशन आई। तीसरी पोजीशन आई। 76 घंटे हमने बनाए थे। उसके बाद अगली इतवार मौसम और नरम होते गए, अब मौसम तो कबूतर लाइटों पे हमारे नहीं लगे होते, तो इस वजह से है ना जो कबूतर है वो मिस वो लाइटों पे न लगने की भी ये वजह है कि हमारी छत ज़मीन पर है। हाँ, अगर ऊंची हो या खुले मैदान में ऊंची ज़्यादा छत हो तो हम वो भी हो जाए। कोशिश हम कर रहे हैं कि अब यहाँ पर ही रातों को कबूतर बैठ जाएं। हाँ, ये एक मसला आपके साथ ये भी है कि ज़मीन पे चाहता है। लेकिन हमने अभी ट्रेनिंग भी नहीं दी हुई। जो बात है ना, टाइम इतना नहीं होता क्योंकि ऑफिस जॉब ये वो, हमको थ्रू आउट कबूतरबाजी नहीं कर रहे कि 24 आवर कोई महावत हो या ये हो। ऑफिस के साथ अपने जॉब्स के साथ जो टाइम हम दे लेते हैं उसके साथ ही माशाल्लाह से अल्लाह का शुक्र है कि जितना रिजल्ट आ रहा है बहुत अच्छा उस हिसाब से तो रिजल्ट है। अल्लाह का शुक्र है कि लाहौर में 3-4 साल हो गए कि हम पोजीशंस के अंदर ही रह रहे हैं। हाँ, और सबसे बड़ी बात ये कि जो हम देसी दवाइयाँ हम बनाते हैं, जवार मोरा, माजूने और मोती वगैरह, और उससे हम दूसरे बाज़ार से मिलने वालों से वो बहुत बेहतर हैं, क्योंकि हम उनमें खालिश चीज़ें डालते हैं तो उसकी जो क्वांटिटी बनती है वो कम तो बनती है, लेकिन ये है कि वो क्वालिटी वाइज बहुत ऊपर। क्वालिटी वाइज बहुत अच्छी होते हैं। उसके असरात बड़े अच्छे होते हैं कबूतर पर। हाँ, कबूतर रिकवर भी होता है, बन भी जल्दी जाता बन भी जाता है। ਅੱਛਾ, ਟ੍ਰੇਨਿੰਗ ਦਾ ਉਸਤਾਦ ਜੀ ਕਿਹੜਾ ਅਮਲ ਹੈ ਜਿੰਨੇ ਚੋਂ ਲਗਾ ਕੇ ਲਿਆਂਦੇ ਹੋ ਤੁਸੀਂ ਕਿ ਯਾਰ ਇਹ ਉਹ ਸਟੈਪਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਕਬੂਤਰਾਂ ਨੂੰ ਪਾਰ ਕਰਵਾ ਕੇ ਤੇ ਅਸੀਂ ਸਮਝਣਾ कि है ਹੁਣ ਮੁਕੰਮਲ जी, सबसे बन पहले गया। तो जो बच्चे हमारे घर में पलते हैं हम उन्हें बाहर छोड़ते हैं ताकि वो छत पे बैठे हैं, ऊपर बैठे हैं अड्डे पर, और ये लग जाएं। लगने के बाद हम उन्हें एक ट्रेनिंग देते हैं उड़ने की, फिर उनको उड़ाते हैं और उनको सख्तियाँ बर्दाश्त करने का बनाते हैं कि ये सख्ती बर्दाश्त करें। सख्तियाँ बर्दाश्त करें। फिर उसके बाद में जब मौसम आता है उन्हें पुटते हैं एक सीज़न में, तो उनको फिर उड़ाते हैं। चेतर और वसाख में उनको अच्छी तरह उड़ाते हैं, फिर उनको कोशिश करते हैं कि कोई शाम तक चले जाएं ये, और फिर उसके बाद में 1-2 साल बाद फिर हम उन्हें बाजी में ले आते हैं। तो बेहतर ये है कि जितना कबूतर को आप उड़ा के बना के लाओगे आगे, वो उतना ही मजबूत होके आपका साथी बनेगा, साथी बनेगा, ज़ाया होने की रेशो भी कम रेशो कम हो जाएगी। ਅੱਛਾ ਉਸਤਾਦ ਜੀ, ਅੱਜ ਕੱਲ੍ਹ ਜਿਹੜੀ ਮੌਸਮ ਜਿਸ ਤਰ੍ਹਾਂ ਦਾ ਚੱਲਦਾ ਪਿਆ, 2 ਦਿਨ ਗਰਮੀ ਪੈਂਦੀ, ਤੀਸਰੇ ਦਿਨ ਬਾਰਿਸ਼ ਹੋ ਜਾਂਦੀ ਹੈ, हाँ, ਫਿਰ ਹਵਾਵਾਂ ਚੱਲਣ ਲੱਗ ਪੈਂਦੀਆਂ। ये वजह जो है, ये मौसम हमारा पाकिस्तान का मौसम चेंज हो रहा है, दुनिया में भी हो रहे हैं चेंज, लेकिन पाकिस्तान का बहुत चेंज हो रहा है। जब गर्मी आने का सीज़न होता है तो बारिश हो जाती है, जब बारिश आने का सीज़न होता है तो गर्मी हो जाती है।
तो जब मौसम ठंडा होना चाहिए तो गर्म हो जाता है, जब गर्म होना हो तो ठंडा हो जाता है। इस दौर से भी हम लोग गुजर रहे हैं, लेकिन इसका इफेक्ट कबूतर पे पड़ता है कि जो शाम बैठने वाले कबूतर हैं वो रातें रह जाते हैं, सही बात है। और जो कम उड़ने वाले कबूतर हैं वो शामों को घर बैठ जाते हैं। इस तरह के मौसम में किस तरह हम टैकल करेंगे, कबूतरों को किस तरह लड़वाएंगे? अब यही है कि हमें आहिस्ता आहिस्ता इन मौसमों का कबूतर को आदी करना होगा, ताकि वो हर किस्म के मौसम में लड़ने के लिए तैयार रहे। उसके लिए ये कि इन्हें सब मौसम दिखाओ और उड़ाओ हर मौसम में, ताकि इन्हें पता लग जाए कि भाई हमें ऐसे मौसम में भी उड़ना है। हाँ हाँ, ये ज़रूरी बात है, ये ज़रूरी चीज़ें हैं। सही बात है हमजा भाई, ऐसे ही है। ट्रू, जैसे नॉर्मली जो मौसम का इफेक्ट पड़ रहा है ना, जैसे पिछले साल बैसाख में पड़ा था, विसाख तो फुल तपा हुआ था, तब गर्मी आई थी उस टाइम ना, तो लोगों ने कबूतर उस लेवल के नहीं निकाले हुए थे। और इस दफ़ा ये देखें जैसे अब जेठ गुजर रहा है, पहली 3-4 फटके ही नरम आ रही है। ना तो ये है कि वो कबूतर कामयाब है जो 2-3 साल कबूतर जिनके पास होंगे ना, उन छतों का आगे आने के चांसेस जो है ना वो ज़्यादा है। जिन्होंने मौसम देखे हों, बारिश तूफान भी अगर आ जाए, अंधेरी आ जाए, तो उनके घर आने के चांसेस ज़्यादा होते हैं। 80% वही आगे आएंगे जो 2-3 साल कबूतर है। हाँ, 2-3 साल कबूतर जिसने सारे मौसम देखे होंगे वो 2-3 साल इसकी जिक्र नहीं है। जिक्र ये है कि जिसने ये मौसम देखे होंगे सारे, कि आंधी भी आ जानी है, बारिश भी आ जानी है, मौसम नॉर्मल भी हो जाना है, गर्म भी हो जाना है, इन सब मौसमों से जो गुजरा होगा ना, वो एक मजबूत परवाज़ दे सकता है। कबूतर दी साजी कस्सा उड़न नहीं बनदियां या कोई होर भी तकनीक हैगी उड़ान तो इलावा? नहीं जी, कोई टेक्निक नहीं है। जब तक पहलवान कसरत नहीं करेगा, रेसलिंग नहीं करेगा, वो पहलवान बन ही नहीं सकता। इसी तरह कबूतर की परवाज़ लेने के लिए उसके पट्ठों को उड़ा उड़ा के मजबूत करें, ताकि उनके जो कुंदे हैं अच्छी परवाज़ और ताकतवर हो जाएं, ज़्यादा उड़ने से कमज़ोरी ना उन्हें महसूस हो। ये बहुत ज़रूरी बात है। हाँ, ਅਕਸਰ ਉਸਤਾਦ ਜੀ ਅਸੀਂ ਵੇਖਿਆ ਕਿ ਸਾਡੇ ਕਬੂਤਰਾਂ ਦੇ ਨਾ ਮੇਦੇ ਫਾਰਗ ਹੋ ਗਏ ਨੇ, ਜਾਂ ਅਸੀਂ ਖੁਰਾਕ ਦੇ ਵਿੱਚ ਕੋਈ ਹੇਰਾਫੇਰੀ ਕੀਤੀ ਏ, ਜਾਂ ਅਸੀਂ ਓਵਰਡੋਜ਼ਿੰਗ ਕਰਤੀ ਏ, ਜਾਂ ਖੁਰਾਕ ਦੇ ਵਿੱਚ ਕੋਈ ਚੀਜ਼ਾਂ ਐਸੀਆਂ ਪਾਤੀਆਂ ਜਿਹਦੀ ਵਜ੍ਹਾ ਤੋਂ ਮੇਦੇ ਖਰਾਬ ਹੋ गए ਨੇ। ये जो ਤੇ दवाल मिस्क है जो सही बनी हुई है, वो कबूतर के मैदे को और मिजाज को सही कर देती है। ये बहुत ज़रूरी चीज़ है। और ये जो हमने परवाज़ प्लस बनाई है ना माजून, ये इस वक्त मेरे ख़्याल में उससे बेहतर कोई चीज़ नहीं है जो कबूतर के मैदे को चला दे। हमारे कबूतर जो आके रुक जाते हैं या ख़राब हो जाते हैं, हम उनको ज़रा सी नोक पे लगाते हैं। दवाल में इसकी? हाँ अच्छा, संभालने में भी ये यूज़ हो जाती है? हाँ, रात को लगाई नाक पे, सुबह को कबूतर ने दाना भी खाना है, पानी भी पीना है, सब कुछ, और उड़ उड़ के भी दिखाना है उसने। हम बीमार कबूतर भी इसमें सही कर रहे हैं। अच्छा, बीमार कबूतर भी सही है? बीमार कबूतर का बेसिकली मसला तो मैदे का ही है ना, कबूतर को तो हाजमा दुरुस्त करना होता है। तो बड़ा मैं लोगों को यही कहूँगा कि दिमाग में हमेशा जब भी आप दें कबूतर को, तो उसकी चोंच पे हल्की सी लगा दें। चोंच पे? अंदर नहीं देनी चाहिए। कुछ लोग होते हैं जो लिक्विड भी बना के दे रहे हैं, पानी में मिला हल करके भी देते हैं, वो भी सही है, लेकिन ये है वो उड़ाने के लिए ठीक है। लेकिन अगर कबूतर का मैदा काम नहीं कर रहा है या पोट उसने रोक लिया है वो उड़ के आके, तो उसको हम एक गंदम के दाने जितनी ना उसकी चोंच के अंदर लगा देते हैं। वो फिर आहिस्ता आहिस्ता अफेक्ट करती है, उसके मैदे को ठीक कर देती है। एकदम नहीं देनी चाहिए? एकदम नहीं देनी चाहिए। हाँ हाँ हाँ, ठीक ठीक। अच्छा उस्ताद जी, ਤੁਹਾਡੀ ਕਬੂਤਰਬਾਜ਼ੀ 'ਚ ਕਬੂਤਰ ਨੂੰ ਠੰਡਾ ਕਰਨਾ ਹੈ? हाँ जी है। ਉਹ ਕਿਹੜਾ ਐਸਾ ਜਾ ਕੇ ਉਹ ਟਾਈਮ ਆਂਦਾ ਕਿ ਯਾਰ ਹੁਣ ਮਹਿਸੂਸ ਹੋ ਰਿਹਾ ਕਬੂਤਰ ਨੂੰ ਠੰਡਾ ਕਰ ਦੇ? ਲੇਕਿਨ ਕਬੂਤਰ ਨੂੰ ਅਸੀਂ ਠੰਡਾ ਕਰਨੇ ਆ ਨਾ ਜਦੋਂ, ਉਹਨੂੰ ਫਿਰ ਰਾਤ ਨੂੰ 11-12 ਵਜੇ ਹਲਕਾ ਜਿਹਾ ਨਾਰਮਲ ਵੀ ਕਰੀਦਾ, ਨਾਰਮਲ ਜਾਂ ਗਰਮ ਹਲਕਾ ਜਿਹਾ ਕਰੀਦਾ। ਉਹ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕਬੂਤਰ ਦਾ ਬਹੁਤ ਠੰਡਾ ਹੋਣਾ ਇਹਦਾ ਕੁੰਦਾ ਨਹੀਂ ਚੱਲਦਾ। ਹਾਂ, ਇਹ ਫਿਰ ਚਮਕ ਤੋਂ ਥੱਲੇ ਖਲੋਤੇ ਰਹਿੰਦੇ ਨੇ, ਠਾਪਾਂ ਤਾਲਾਂ ਮਾਰਦੇ ਰਹਿੰਦੇ ਨੇ, ਬੰਦ ਨਹੀਂ ਹੁੰਦੇ। ਬੰਦ ਨਹੀਂ ਹੁੰਦੇ। ਮੇਰਾ ਪੁੱਛਣ ਦਾ ਮਕਸਦ ਹੈ ਕਿ ਮੇਨ ਸਾਨੂੰ ਕਿੱਥੇ ਜਾ ਕੇ ਉਹ ਨਜ਼ਰ ਆਏਗਾ ਕਿ ਹੁਣ ਇਹ ਕਬੂਤਰ ਬਹੁਤ ਜ਼ਿਆਦਾ ਤਲਖ ਹੋ ਗਿਆ, ਇਹਨੂੰ ਠੰਡਾ ਕਰਨਾ ਪਏਗਾ? ਕਬੂਤਰਾਂ ਨੂੰ ਲੋਕ ਜ਼ਿਆਦਾਤਰ ਕਬੂਤਰਾਂ ਨੂੰ ਠੰਡਾ ਹੀ ਕਰਦੇ ਨੇ, ਕਰਕੇ ਉਡਾਉਂਦੇ ਨੇ, ਲੇਕਿਨ ਉਹਦੇ ਨਾਲ ਇਹ ਹੁੰਦਾ ਕਿ ਕਬੂਤਰ ਬੰਦ ਨਹੀਂ ਹੁੰਦਾ। ਲੇਕਿਨ ਜਿਹੜੇ ਵੀ ਕਬੂਤਰ ਨੂੰ ਤੁਸੀਂ ਠੰਡਾ ਕਰੋ ਹਲਕਾ ਜਿਹਾ,
ਜਾਂ ਜ਼ਿਆਦਾ ਕਰੋ, ਉਹਨੂੰ ਫਿਰ ਰਾਤ ਨੂੰ ਥੋੜਾ ਜਿਹਾ ਐਸੀ ਚੀਜ਼ ਵੀ ਦਿਓ ਜਿਹਦੇ ਨਾਲ ਉਹਦੇ 'ਚ ਹਰਾਰਤ ਡਿਵੈਲਪ ਕਰੇ ਤੇ ਉਹਦਾ ਕੁੰਦਾ ਚੱਲਣ ਲੱਗ ਪਏ। ਇਹ ਤੇ ਹੋ ਗਿਆ ਨਾ ਕਬੂਤਰ ਨੂੰ ਮੁਅੱਦਲ ਕਿਵੇਂ ਕੀਤਾ ਜਾਂਦਾ, ਹਾਂ ਇਹ ਤੇ ਮੁਅੱਦਲ ਵਾਲੇ ਪਾਸੇ ਜਾਏਗਾ। ਲੇਕਿਨ ਕਬੂਤਰ ਉਹ ਕਿਹੜੀ ਐਸੀ ਹਰਕਤ ਕਰੇਗਾ ਜਾਂ ਉਹਨੂੰ ਕਿਸ ਤਰ੍ਹਾਂ ਅਸੀਂ ਬਾਜ਼ੀਆਂ ਤੋਂ ਪਹਿਲੇ, ਬਾਜ਼ੀਆਂ ਦੌਰਾਨ ਜਾਂ ਸੁਬਾ, ਕਦੋਂ ਕਿਹੜਾ ਐਸਾ ਪੁਆਇੰਟ ਜਦੋਂ ਸਾਨੂੰ ਕਬੂਤਰ ਦੱਸ ਰਿਹਾ ਹੈਗਾ ਕਿ ਯਾਰ ਹੁਣ ਮੈਨੂੰ ਠੰਡਕ ਦੀ ਜ਼ਰੂਰਤ ਹੈਗੀ ਹੈ? ਇੱਕ ਤੇ ਕਬੂਤਰ ਤਲਖ ਹੋ ਜਾਂਦਾ, ਡੌਂ ਕਰਨਾ ਸ਼ੁਰੂ ਕਰ ਦਿੰਦਾ ਹੈ। ਹੂੰ ਦੂਸਰੀ ਗੱਲ ਇਹ ਕਿ ਕਬੂਤਰ ਜਿਹੜਾ ਤੇਜ਼ ਉੱਡੇਗਾ ਖੁੱਡੇ ਦੇ ਵਿੱਚ, ਉਹਦਾ ਮਤਲਬ ਹੈਗਾ ਹੈ ਕਿ ਥੋੜਾ ਜਿਹਾ ਤਲਖ ਹੋਇਆ ਹੈ। ਹੂੰ ਤੇ ਠੰਡਾ ਕਰ ਦਿਓਗੇ ਤੇ ਉਹ ਥੋੜਾ ਜਿਹਾ ਸੁੰਗੜ ਕੇ ਤੇ ਪਰ ਆਪਣੇ ਫੁਲਾ ਕੇ ਆਰਾਮ ਨਾਲ ਬੈਠ ਜਾਏਗਾ। ਹੂੰ ਇਹਦੇ ਨਾਲ ਪਤਾ ਲੱਗ ਜਾਏਗਾ ਕਿ ਇਹ ਠੰਡਾ ਹੋ ਗਿਆ। ਇਹ ਬਹੁਤ ਜ਼ਿਆਦਾ ਠੰਡਾ ਹੋ ਗਿਆ। ਬਹੁਤ ਜ਼ਿਆਦਾ ਨਹੀਂ, ਨਾਰਮਲ ਠੰਡਾ ਹੋ ਗਿਆ। ਹੂੰ ਤੇ ਉਹ ਠਾਪਾ ਤਾਲਾ ਨਹੀਂ ਮਾਰੇਗਾ ਖੁੱਡੇ ਦੇ ਵਿੱਚ। ਹੂੰ ਉਹਨੂੰ ਸਵੇਰੇ ਥੋੜਾ ਜਿਹਾ ਗਰਮ ਕਰਨਾ ਪਏਗਾ ਜਾਂ ਰਾਤ ਨੂੰ ਕਿਸੇ ਟਾਈਮ, ਤਾਂ ਕਿ ਉਹ ਸਵੇਰੇ ਅਸਮਾਨ ਚਲਾ ਜਾਏ, ਨਹੀਂ ਤੇ ਉਹ ਕਬੂਤਰ ਅਸਮਾਨ ਨਹੀਂ ਜਾਣਗੇ। हम्म, हाँ जी। और दूसरी बात ये है कि जब कबूतर ठंडा हो जाता है ज़्यादा तो वो अपनी खुराक भी हज़म नहीं करता है। हाँ। गर्म हो जाए जब भी नहीं करता और ठंडा हो जाए जब भी नहीं करता। तो इन दोनों सूरतों में हमें उसके मैदे का भी ध्यान रखना है कि वो खुराक अपनी सही तरीके से हज़म कर रहा है और बिट सही कर रहा है। अगर बहुत ज़्यादा ठंडा हो गया तो वो हरी बिठें करने लग जाएगा। हाँ। इसका मतलब है कि ये ठंडा हो गया ज़्यादा, उसको दूर करें फिर आप। और इसी तरह अगर गर्म खुराक उसने ज़्यादा कर ली है तो वो पतली बिठें मारनी शुरू हो जाएगा। हाँ, बिल्कुल ही पतली कर दे। तो उससे ये होगा कि कबूतर का दोनों सूरतों में पता लग जाता है कि इसके अंदर ये आर्जा पैदा हो गया है। हाँ हाँ हाँ, बिल्कुल ठंडा भी नहीं होना चाहिए और बिल्कुल तल्ख भी नहीं होना चाहिए। कबूतर हल्का सा हरारत में हो तो उड़ता है, ठंडा कबूतर नहीं उड़ता। वो चमक में जाके खड़ा हो जाएगा, ठापे ताले मारेगा, घर बैठ जाएगा। ये बहुत ज़रूरी है कि कबूतर हल्का सा जिस्मानी तौर पे गर्म हो ताकि वो आसमान में डुबाई कर जाए पूरा। अक्सर साजी ਅਸੀਂ ਵੇਖਿਆ ਕਬੂਤਰ ਨਾ ਅੱਧ ਘਰਾਂ 'ਚ ਖਲੋਤਾ ਰਹਿੰਦਾ, हाँ, ਬੰਦ ਨਹੀਂ ਜਾਂਦਾ, ਉਹ ਠੰਡਾ ਹੀ ਹੋਇਆ ਹੁੰਦਾ। वो ठंडा हो जाता है। ਹਾਂ 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 ਹਾਂ, ਉਹ ਤਾਲਾਂ ਵੀ ਮਾਰਦਾ, ਉਹ ਥਾਪਾ ਹੀ ਮਾਰੇਗਾ। ਠਾਪਾ ਤਾਲਾ ਮਾਰੇਗਾ, ਇਹਦਾ ਮਤਲਬ ਹੈ ਕਿ ਉਹ ਠੰਡਾ ਹੈਗਾ। ਉਹਨੂੰ ਜਾਂ ਤਾਂ ਫਿਰ ਇੱਕਦਮ ਇੰਨੀ ਗਰਮੀ ਆ ਜਾਏ ਕਿ ਉਹਦੇ ਜਿਸਮ ਦੀ ਜਿਹੜੀ ਠੰਡਕ ਹੈ ਉਹ ਦੂਰ ਹੋ ਜਾਏ ਤੇ ਉਹ ਡੁੱਬ ਜਾਏ ਜਾ ਕੇ। ਹਾਂ, ਫਿਰ ਐਸਾ ਕਬੂਤਰ ਪਰਵਾਜ਼ ਬਹੁਤ ਕਰਦਾ ਹੈ। ਫਿਰ ਬਹੁਤ ਕਰਦਾ। ਅੱਛਾ, ਖੁਰਾਕ ਕਿਸ ਤਰ੍ਹਾਂ ਦੀ ਦੇਣੀ ਚਾਹੀਦੀ, ਉਹਦੇ 'ਚ ਕੀ ਕੀ ਚੀਜ਼ਾਂ ਐਡ ਕਰਨੀਆਂ ਚਾਹੀਦੀਆਂ ਨੇ? ਖੁਰਾਕ ਲੋਕ ਆਮ ਤੌਰ ਤੇ ਬਦਾਮ ਦਿੰਦੇ ਨੇ। ਬਦਾਮ ਚੱਕ ਕੇ, ਕੌੜਾ ਬਦਾਮ ਨਹੀਂ ਵਿੱਚ ਹੋਣਾ ਚਾਹੀਦਾ ਖੁਰਾਕ 'ਚ, ਉਹ ਕਬੂਤਰ ਨੂੰ ਨੁਕਸਾਨ ਪਹੁੰਚਾ ਦਿੰਦਾ ਹੈ। ਸਹੀ ਗੱਲ ਹੈ। ਇਹਦੇ ਇਲਾਵਾ ਇਹ ਹੈਗਾ ਕਿ ਲੋਕ ਥੋੜੀ ਜਿਹੀ ਵੱਡੀ ਇਲਾਚੀ, ਕੋਲ ਡੋਡੇ, ਇਹੋ ਹੀ ਚੀਜ਼ਾਂ ਆਮ ਤੌਰ ਤੇ ਦਿੱਤੀਆਂ ਜਾਂਦੀਆਂ। ਸਹੀ ਗੱਲ ਹੈ। ਸਾਰੀਆਂ ਦਫਾ ਸਾਰੇ ਉਸਤਾਦ ਜਿਹੜੇ ਨੇ ਨਾ ਇਹੋ ਹੀ ਚੀਜ਼ਾਂ ਇਸਤੇਮਾਲ ਕਰਦੇ ਨੇ ਆਪਣੇ ਆਪਣੇ ਤਰੀਕੇ ਨਾਲ। ਤੁਹਾਡਾ ਕੀ ਤਰੀਕਾ ਕਾਰ ਹੈ ਸ਼ੇਖ ਸਾਹਿਬ ਤੋਂ ਜਿਹੜਾ ਤੁਸੀਂ ਸਿੱਖਿਆ? ਸ਼ੇਖ ਸਾਦਕ ਜਿਹੜਾ ਹੈ ਉਹ ਫੱਕੀ ਬਣਾਉਂਦਾ ਸੀ, ਮਿਕਸ ਫੱਕੀ। ਉਹਦੇ ਵਿੱਚ ਕੋਲ ਡੋਡੇ, ਤਬਾਸ਼ੀਰ, ਸਬਜ਼ ਇਲਾਚੀ, ਸੰਦਲ ਬੂਰਾ, ਚਾਂਦੀ ਦੇ ਵਰਕ, ਇਹ 5 ਚੀਜ਼ਾਂ ਪਾ ਕੇ ਉਹ ਫੱਕੀ ਬਣਾਉਂਦਾ ਸੀ। ਇਹਦੀ ਕੁਆਂਟੀਟੀ ਉਹਨੇ ਐਡਜਸਟ ਕੀਤੀ ਹੋਈ ਸੀ। ਉਹਦੀ ਫੱਕੀ ਵੀ ਬੜੀ ਕਾਮਯਾਬ ਸੀ, ਲੇਕਿਨ ਉਹ ਜ਼ਰਾ ਜ਼ਿਆਦਾ ਦੇ ਦਿਓ ਤਾਂ ਕਬੂਤਰ ਠੰਡਾ ਹੋ ਜਾਂਦਾ ਸੀ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ। ਹਾਂ, ਦੇਣੀ ਉਹ ਖੁਰਾਕ ਦੇ ਵਿੱਚ ਹੀ, ਖੁਰਾਕ ਦੇ ਵਿੱਚ ਹੀ ਦਿੰਦੇ ਸੀ। ਕਬੂਤਰ ਨੂੰ ਕਿਹੜੀ ਟੈਕਨੀਕੈਲਿਟੀ ਨਾਲ ਅਸੀਂ ਖੁਰਾਕ ਦੇਣੀ ਚਾਹੀਦੀ? ਆਇਆ ਉਹਦੇ ਸਾਹਮਣੇ ਸੁੱਟ ਦੇਣੀ ਚਾਹੀਦੀ? ਅਕਸਰ ਲੋਕ ਭੋਰਿਆਂ ਦੇ ਵਿੱਚ ਵੀ ਯੂਜ਼ ਕਰਦੇ ਨੇ, ਵੈਸੇ ਵੀ ਖੁਰਾਕ ਦੇ ਨਾ ਬਣਾ ਕੇ ਗੋਲੀਆਂ ਨਿੱਕੀਆਂ ਨਿੱਕੀਆਂ ਬਣਾ ਕੇ। ਦਰਅਸਲ ਇਹ ਜਿਹੜਾ ਡਾਇਰੈਕਟ ਖੁਰਾਕ ਕਬੂਤਰ ਖੁਦ ਉਠਾਵੇ, ਇਹ ਟੈਕਨੀਕ ਹੈਗੀ ਹੈ ਪੱਟੀ ਵਾਲੇ ਕਬੂਤਰਾਂ ਦੀ। ਅੱਛਾ। ਪੱਟੀ ਵਾਲੇ ਉਸਤਾਦ ਜਿਹੜੇ ਨੇ ਉਹ ਕਬੂਤਰਾਂ ਨੂੰ ਖੁਰਾਕ ਦੀਆਂ ਗੋਲੀਆਂ ਜਾਂ ਬਦਾਮ ਬਰੀਕ ਪੀ ਕੇ ਉਹ ਮਸ਼ੀਨ ਦੇ ਵਿੱਚ ਅੱਗੇ ਕਹਿੰਦੇ ਟੁੱਕ ਕੇ ਬਦਾਮ, ਹਾਂ, ਉਹ ਟੁੱਕ ਕੇ ਉਹ ਦੇ ਦਿੰਦੇ ਨੇ। ਉਹਦੇ ਨਾਲ ਉਹਨਾਂ ਦਾ ਕਬੂਤਰ ਸ਼ੁਰੂ ਤੋਂ ਆਦੀ ਹੁੰਦਾ, ਉਂਝ ਹੀ ਖਾ ਲੈਂਦਾ। ਮੇਰੇ ਕੋਲ ਇੱਕ 35 ਵਾਲੀ ਕਬੂਤਰੀ ਸੀ ਜਿਹੜੀ ਉੱਡ ਰਹੀ ਸੀ ਸ਼ਾਮ ਤੱਕ। ਉਹਦਾ ਵੀ ਇਹ ਸੀ ਕਿ ਮੈਂ ਗੋਲਾ ਬਣਾ ਕੇ ਉਹ ਰੱਖ ਦਿੰਦਾ ਸਾਂ ਪਿਆਲੀ ਦੇ ਵਿੱਚ ਹੀ, ਉਹ ਉੱਥੇ ਆਪ ਹੀ ਖਾ ਕੇ ਆਪਣੀ ਪੋਟ ਭਰ ਲੈਂਦੀ ਸੀ। लेकिन वो वाहद कबूतरी सी, हर कबूतर नहीं इंज करता। ट्रेनिंग पे जिस तरह आपने कबूतर हाँ, को ट्रेन किया, ट्रेन करोगे जिस तरह उस तरह हो जाएगा। आपने कुछ कबूतर होंगे
होंगे आप उन्हें छोटे छोटे बोरे बना के दे दोगे खुराक के, वो खा लेंगे। ਲੇਕਿन ਤੁਸੀਂ ਕੀ ਪ੍ਰੈਫਰ ਕਰਦੇ ਹੋ ਕਿ ਹੱਥ ਨਹੀਂ ਖਵਾਉਣੀ ਚਾਹੀਦੀ ਕਬੂਤਰ ਦਾ ਜ਼ਰਾ ਅੰਦਾਜ਼ਾ ਹੋ ਜਾਂਦਾ? ਦੇਖੋ ਜੀ ਗੱਲ ਇਹ ਹੈ ਕਿ ਕਬੂਤਰ ਨੂੰ ਜਦੋਂ ਅਸੀਂ ਖੁਰਾਕ ਤੇ ਛੱਡਾਂਗੇ ਨਾ, ਉਹ ਖੁਰਾਕ ਬਾਅਦ ਦਫਾ ਜ਼ਿਆਦਾ ਉਠਾ ਲੈਂਦਾ ਹੈ, ਬਾਅਦ ਦਫਾ ਘੱਟ ਉਠਾਉਂਦਾ ਹੈ। ਤੇ ਸਾਨੂੰ ਇੱਕ ਖਾਸ ਕੁਆਂਟੀਟੀ 'ਚ ਖੁਰਾਕ ਕਬੂਤਰ ਨੂੰ ਮਿਲਣੀ ਚਾਹੀਦੀ, ਉਹ ਅਸੀਂ ਗੋਲੀ ਦੇ ਜ਼ਰੀਏ ਉਹਨਾਂ ਨੂੰ ਦੇ ਸਕਨੇ ਹਾਂ। ਸਹੀ ਮਤਲਬ ਅਸੀਂ ਦੇਣਾ ਚਾਹੁੰਦੇ ਕਿ ਉਹ 8 ਗੋਲੀਆਂ ਖਾਵੇ, ਉਹ ਖਾ ਲਵੇ 15 ਗੋਲੀਆਂ, ਹਾਂ। ਤੇ ਉਹਦਾ ਮੈਦਾ ਦੇਰ ਨਾਲ ਹਜ਼ਮ ਕਰੇਗਾ, ਦੇਰ ਲੱਗੇਗੀ। ਅਗਰ ਕਬੂਤਰ 8 ਖਰਾਬ ਵੀ ਖਾਏਗਾ, ਹੋ ਜਾਏਗਾ। ਹਾਂ। ਦੂਸਰੇ ਅਗਰ ਉਹ 4 ਹੀ ਗੋਲੀਆਂ ਖਾ ਕੇ ਹਟ ਜਾਂਦਾ ਤਾਂ ਉਹ ਖੁਰਾਕ ਨਹੀਂ ਉਹਦੀ ਪੂਰੀ ਹੋਏਗੀ। ਹਾਂ ਤੇ ਇਸ ਕਰਕੇ ਇਹ ਜ਼रूरी है कि ਅਸੀਂ हर चीज़ पे बाद भी आदी करना पड़ता है, आदि करना पड़ता है। इसके अलावा हमने जो मजूने वगैरह या जवार मोरा वगैरह देना होता है, उसके लिए भी ज़रूरी है कि वो हम उनकी खुराक में मिक्स करके 1 या 2 गोलियां उसकी बनाते हैं, ज़्यादा नहीं दी जाती वो। तो वो फिर हम उन्हें कख से रख के, यानी तीले से रख के। ਜਵਾਰ ਮੋਰੇ ਦਾ ਸਾਜੀ ਕੀ ਫੰਕਸ਼ਨ ਹੈਗਾ? ਜਵਾਹਰ ਮੋਰਾ ਦਾ ਅਸਲ ਮਕਸਦ ਇਹ ਹੁੰਦਾ ਸੀ ਵੀ ਜਵਾਹਰ ਮੋਰਾ ਇੱਕ ਐਸੀ ਦਵਾਈ ਹੈ ਜਿਹੜੇ ਕਿਸੇ ਵੀ ਚੀਜ਼ ਨੂੰ ਸੰਭਾਲਾ ਦੇਣ 'ਚ ਬੜੀ ਅੱਛੀ ਅਸਰ ਕਵੀ ਅਸਰ ਹੈ। ਪੁਰਾਣੇ ਜ਼ਮਾਨੇ 'ਚ ਜਿਹੜੇ ਲੋਕ ਇੱਕਦਮ ਬੇਹੋਸ਼ ਹੋ ਜਾਂਦੇ ਸਨ ਤੇ ਹੋਸ਼ ਨਹੀਂ ਆਉਂਦਾ ਸੀ ਉਹਨਾਂ ਨੂੰ, ਜਾਂ ਬਿਲਕੁਲ ਕਰੀਬੁਲ ਮਰਗ ਹੁੰਦੇ ਸਨ, ਉਹਨਾਂ ਨੂੰ ਇੱਕ ਵਾਰੀ ਹੋਸ਼ ਦਿਵਾਉਣ ਵਾਸਤੇ ਇਹ ਜਵਾਰ ਮੋਰਾ ਦਿੱਤਾ ਜਾਂਦਾ ਸੀ ਕਿ ਕੋਈ ਗੱਲ ਬਾਬੇ ਕੋਲੋਂ ਪੁੱਛਣੀ ਹੋਵੇ ਤੇ ਉਹਨੂੰ ਉਹ ਦੇ ਦਿੰਦੇ ਸਨ। ਉਹ ਬਾਬਾ ਦੱਸ ਦਿੰਦਾ ਸੀ, ਉਹਨੂੰ ਪੁੱਛ ਲੈਂਦੇ ਸਨ ਕਿ ਬਾਬਾ ਜੀ ਇਹ ਕੀ ਹੋਇਆ। ਹਾਂ ਤੇ ਜਵਾਹਰ ਮੋਰਾ ਇਸੇ ਤਰ੍ਹਾਂ ਹੈ। ਅਸਲ ਦੇ ਵਿੱਚ ਇਹ ਆਜ਼ਾਏ ਰਈਸਾ ਜਿਹੜੇ ਨੇ ਇਨਸਾਨ ਦੇ, ਉਹਨੂੰ ਬੜੀ ਇੱਕਦਮ ਬੂਸਟ ਤਾਕਤ ਦਿੰਦਾ ਹੈ ਤੇ ਇੱਕਦਮ ਇੱਕ ਵਾਰੀ ਹੋਸ਼ 'ਚ ਲੈ ਆਉਂਦਾ ਹੈ। ਬੂਸਟਰ ਹੈਗਾ ਬੇਸਿਕ। ਬੂਸਟਰ ਹੈਗਾ। ਹਾਂ ਠੀਕ। ਉਹ ਸਾਜੀ ਦੋ ਲਾਸਟ 'ਚ ਸਵਾਲ ਕਰਾਂਗਾ, ਉਸ ਤੋਂ ਬਾਅਦ ਅਸੀਂ ਸ਼ੌਕ ਕਰਾਵਾਂਗੇ। ਕਬੂਤਰ ਅਕਸਰ ਨਾ ਵੇਖਿਆ ਖਰਾਬ ਹੋ ਗਏ ਨੇ, ਬਿੱਠ ਰੋਕ ਗਏ ਨੇ। ਉਹਨੂੰ ਬਿੱਠ ਕਰੇਗਾ ਤੇ ਉਹ ਅੰਦਰ ਦਾ ਸਿਸਟਮ ਚੱਲੇਗਾ। ਹਾਂ, ਬਿੱਠ ਉਹਨੂੰ ਕਰਾਉਣ ਲਈ ਕੋਈ ਸਾਨੂੰ ਟੈਕਨੀਕ, ਕੋਈ ਟ੍ਰੀਟਮੈਂਟ ਦੱਸੋ ਜਿੰਦੇ ਤੋਂ ਸਾਨੂੰ ਫਾਇਦਾ ਹੋਇਆ। ਬਿੱਠ ਕਰਾਉਣ ਦਾ ਮਕਸਦ ਇਹ ਕਿ ਕਬੂਤਰ ਗਰਮੀ ਦੇ ਮੌਸਮ 'ਚ ਅਕਸਰ ਰੁਕ ਜਾਂਦਾ ਹੈ ਤੇ ਉਹ ਬਿੱਠ ਨਹੀਂ ਕਰਦਾ। ਤੇ ਕਸੂਰੀਏ ਲੋਕ ਉਹਨੂੰ ਕਹਿੰਦੇ ਨੇ ਇਹਨੇ ਭੀਲ ਨਹੀਂ ਵਾਈ। ਭੀਲ ਯਾਨੀ ਉਹਨੇ ਚਿੱਟੀ ਜੀ ਬਿੱਠ ਨਹੀਂ ਮਾਰੀ। ਹਾਂ ਉਹਦੇ ਨਾਲ ਇਹ ਹੁੰਦਾ ਹੈ ਕਿ ਕਬੂਤਰ ਜਿਹੜਾ ਹੈ ਨਾ, ਮੂੰਹ ਥਣੀ ਸਾਹ ਜਿਹੜਾ ਲੈਂਦਾ ਹੈ ਨਾ, ਇਹ ਉਹਦੀ ਪੋਟੀ ਵਾਲੇ ਰਸਤੇ ਬਾਹਰ ਨਿਕਲਦੀ ਹੈ ਹਵਾ, ਉਹ ਅੰਦਰ ਹੀ ਨਹੀਂ ਜਮਾ ਰੱਖਦਾ। ਹਾਂ ਨਾ ਇਧਰੋਂ ਸਾਹ ਦੇ ਰਸਤੇ, ਜਿਸ ਤਰ੍ਹਾਂ ਸਾਡਾ ਸਿਸਟਮ ਹੈ, ਅਸੀਂ ਸਾਹ ਲਿਆ ਬਾਹਰ ਕੱਢ ਦਿੱਤਾ। ਕਬੂਤਰ ਕੋਲ ਐਸੀ ਕੋਈ ਸਿਸਟਮ ਨਹੀਂ ਹੈਗਾ। ਅੱਛਾ। ਕਬੂਤਰ ਕੋਲ ਸਿਸਟਮ ਹੈਗਾ ਜਹਾਜ਼ ਵਾਲਾ। ਅੱਗੋਂ ਜਹਾਜ਼ 'ਚ ਹਵਾ ਦਾਖਲ ਹੋਈ, ਪਿੱਛੇ ਕਾਰਬਨ ਡਾਈਆਕਸਾਈਡ ਨਿਕਲ ਗਈ ਪਿੱਛੇ। ਸਹੀ ਸਹੀ। ਤੁਸੀਂ ਦੇਖਿਆ ਹੋਏਗਾ ਜਹਾਜ਼ ਦੇ ਪਿੱਛੇ ਇੱਕ ਲਕੀਰ ਜੀ ਧੂਆਂ ਜਿਹਾ ਵੀ ਨਿਕਲਦਾ ਨਜ਼ਰ ਹਾਂ ਹਾਂ ਹਾਂ। ਕਬੂਤਰ ਦਾ ਵੀ ਇਹੋ ਸਿਸਟਮ ਹੈ। ਤੇ ਉਹਦੇ ਨਾਲ ਇਹ ਹੁੰਦਾ ਕਿ ਕਬੂਤਰ ਜਦੋਂ ਜ਼ਿਆਦਾ ਗਰਮੀ 'ਚ ਹੁੰਦਾ ਨਾ, ਤੇ ਉਹਦਾ ਪਿੱਛੋਂ ਨਾ ਚਰਬੀ ਜਿਹੜੀ ਹੁੰਦੀ ਹੈ ਜਾਂ ਭੀਲ ਜਿਹੜੀ ਚਿੱਟੀ ਜੀ ਬਿੱਠ ਹੁੰਦੀ ਹੈ, ਉਹਦੀ ਸ਼ਰਮਗਾਹ ਨੂੰ ਬੰਦ ਕਰ ਦਿੰਦੀ, ਉਹਦੀ ਗੁੰਡ ਬੰਦ ਹੋ ਜਾਂਦੀ। ਸਹੀ ਗੱਲ ਹੈ। ਉਹ ਚਿਪਕ ਜਾਂਦੀ ਹੈ, ਉਹ ਜ਼ੋਰ ਮਾਰਦਾ, ਲੇਕਿਨ ਉਹ ਚਿਪਕੀ ਹੋਈ ਚੀਜ਼ ਖੁੱਲ ਨਹੀਂ ਸਕਦੀ ਤੇ ਉਹ ਕਬੂਤਰ ਰੁਕ ਜਾਂਦਾ। ਉਹਦਾ ਸਿਸਟਮ ਜਿਹੜਾ ਅੰਦਰ ਦਾ ਹੈ ਉਹ ਬਲੌਕ ਹੋ ਜਾਂਦਾ। ਬਲੌਕ ਹੋ ਜਾਂਦਾ। ਇਸ ਬਲੌਕੇਜ ਨੂੰ ਖੋਲ੍ਹਣ ਵਾਸਤੇ ਹੈਗਾ ਕਿ ਉਹਦੇ ਪਿੱਛੇ ਰੂੰ ਲਾ ਕੇ, ਗਿੱਲਾ ਕੱਪੜਾ ਲਾ ਕੇ, ਗਿੱਲੀ ਕਰਕੇ ਉਹਨੂੰ ਸਾਫ਼ ਕਰੋ ਤੇ ਉਹਦੀ ਪੂਛਲ ਖਿੱਚ ਕੇ ਛੱਡੋ। ਉਹਦੇ ਨਾਲ ਇਹ ਹੋਏਗਾ ਕਿ ਉਹ ਚੱਲ ਜਾਏਗਾ। ਜਾਂ ਠੰਡੇ ਪਾਣੀ ਲੈ ਕੇ ਮੂੰਹ 'ਚ, ਜਾਂ ਨਾਰਮਲ ਪਾਣੀ ਲੈ ਕੇ ਉਹਦੀ ਕੁਲੀਆਂ ਉਹਦੀ ਉੱਥੇ ਮਾਰੋ ਪਿੱਛੇ, ਫੁਹਾਰ ਮਾਰੋ ਜਿਸ ਤਰ੍ਹਾਂ ਉਹ ਕੁੱਕੜਾਂ ਵਾਲੇ ਮਾਰਦੇ। ਹਾਂ, ਫੁਹਾਰ ਮਾਰੋ ਪਿੱਛੇ, ਤੇ ਜਾਂ ਫਿਰ ਉਹਦੀ ਪਿੱਠ ਨੂੰ ਧੋ ਦਿਓ ਪਾਣੀ ਨਾਲ ਚੰਗੀ ਤਰ੍ਹਾਂ। ਉਹਦੇ ਨਾਲ ਇਹ ਹੋਏਗਾ ਜਿਹੜੇ ਲੇਸ ਨੇ ਉਹਨੂੰ ਬੰਦ ਕੀਤਾ ਹੋਇਆ ਉਹ ਖੁੱਲ ਜਾਏਗੀ। ਆਹ ਨਰਮ ਹੋਏਗਾ, ਖੁੱਲ ਜਾਏਗਾ। ਖੁੱਲ ਜਾਏਗੀ ਤੇ ਫਿਰ ਉਹ ਬਿੱਠ ਕਰ ਲਏਗਾ। ਬਿੱਠ ਕਰ ਲਏਗਾ ਤਾਂ ਸਿਸਟਮ ਉਹਦਾ ਨਾਰਮਲ ਹੋ ਜਾਏਗਾ। ਵਾਹ, ਵੈਰੀ ਗੁੱਡ। ਆਖਰੀ ਸਵਾਲ ਤੁਹਾਡਾ। ਕਬੂਤਰਾਂ ਨੇ ਬਾਜ਼ੀ ਤੋਂ ਇੱਕ ਰਾਤ ਪਹਿਲੇ ਅਸੀਂ ਖੁੱਡੇ 'ਚ ਵੜੇ ਹਾਂ ਤੇ ਸਾਨੂੰ ਪਤਾ ਲੱਗਾ ਕਿ ਕਬੂਤਰਾਂ ਨੇ ਵੇਟ ਬਣਾ ਲਿੱਤਾ, ਓਵਰ ਵੇਟ ਹੋ ਗਏ ਨੇ, ਜਸਾਮਤ ਇਹਨਾਂ ਨੇ ਬਹੁਤ ਜ਼ਿਆਦਾ ਬਣਾ ਲਿੱਤੀ ਹੈ। ਅਗਰ ਇਹੋ ਜਿਹਾ ਸਾਡੇ ਅੱਗੇ ਸਟੇਟ ਆਈਏ ਤੇ ਅਸੀਂ ਕੀ ਉੱਥੇ ਕਰਾਂਗੇ ਕਿ ਆਪਣੇ ਦਰਮਿਆਨੇ ਜਿਸਮ ਤੇ ਆ ਜਾਣ? ਕਬੂਤਰ ਜਿਹੜਾ ਹੈ ਨਾ, ਜਿਹੜਾ ਵੇਟ ਬਣਾ ਜਾਏਗਾ ਇੱਕਦਮ, ਉਹ ਸਾਡੀ ਗਲਤੀ ਨਾਲ ਉਹਨੇ ਵੇਟ ਬਣਾਇਆ ਹੈ। ਹਾਂ,
ਤੇ ਸਾਨੂੰ ਪਹਿਲੇ ਇਹ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ weight ਬਣਨ ਹੀ ਨਾ ਦੇਈਏ, ਔਰ ਅਗਰ weight ਬਣ ਗਿਆ ਤੇ ਉਹਨੂੰ ਫਿਰ ਗਰਮ ਖੁਰਾਕ ਦੇਵਾਂਗੇ ਜ਼ਿਆਦਾ, ਤਾਂ ਕਿ ਉਹ ਉਸ weight ਨੂੰ ਲੈ ਕੇ ਉੱਡ ਕੇ ਅਸਮਾਨ ਚਲਾ ਜਾਏ। ਫਿਰ ਉਹ ਆਪ ਹੀ ਉੱਥੇ ਉਹਦਾ ਵਜ਼ਨ ਘਟ ਜਾਏਗਾ ਜਦੋਂ ਉੱਡੇਗਾ ਜ਼ਿਆਦਾ। ਤੇ ਸਹੀ ਸਹੀ ਕਿਉਂਕਿ ਹਰ ਕਬੂਤਰ ਜਿਹੜਾ ਉੱਡਦਾ ਹੈ ਉਹਦਾ ਵਜ਼ਨ ਘਟ ਜਾਂਦਾ ਹੈ। ਹਾਂ, ਇਹ ਜ਼ਰੂਰੀ ਹੈ ਕਿ ਫਿਰ ਉਹ ਉੜੇ ਤਾਂ ਕਿ ਉਹਦਾ ਵਜ਼ਨ ਘਟ ਜਾਏ, ਫਿਰ ਉਹਨੂੰ ਦੇ ਨਾਲ ਇਹ ਹੋਏਗਾ ਕਿ ਉਹਨੂੰ ਥੋੜਾ ਜਿਹਾ ਵੱਧ ਛੇੜਨਾ ਪਏਗਾ। ਵੱਧ ਛੇੜਨਾ। ਠੀਕ ਹੋਇਆ। ਅੱਛਾ, ਕਬੂਤਰ ਜਿਹੜੇ ਤੁਸੀਂ ਬਣਾਏ ਨੇ ਕਾਫੀ ਅਰਸਾ ਦਰਾਜ਼ ਤੋਂ ਤੁਸੀਂ ਮੇਕਿੰਗ ਕਰ ਰਹੇ ਹੋ। ਹਮਜ਼ਾ ਭਾਈ ਬੜੇ ਅੱਛੇ ਬਰੀਡਰ ਨੇ ਔਰ ਸਾਰਾ ਨਿਜ਼ਾਮ ਇਹਨਾਂ ਨੇ ਹੀ ਸਾਂਭਿਆ ਹੋਇਆ ਬਰੀਡਿੰਗ ਵਾਲਾ। ਤੇ ਕਿਹੜੀ ਐਸੀ ਉਹ ਮੇਨ ਬਰੀਡਾਂ ਨੇ ਜਿਨ੍ਹਾਂ ਨੂੰ ਤੁਸੀਂ ਆਗਾਜ਼ ਤੋਂ ਲੈ ਕੇ ਚੱਲਦੇ ਪਏ ਹੋ? ਦੇਖੋ ਜੀ, ਸਾਡੇ ਕੋਲ 3 ਕਿਸਮ ਦੇ ਕਬੂਤਰ ਜਿਹੜੇ ਨੇ ਨਾ ਉਹ ਕਾਮਯਾਬੀ ਨਾਲ ਚੱਲ ਰਹੇ ਸਨ। ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਨਿਉਰਾਂ ਵਾਲੇ, ਇਖਲਾਕ ਅਹਿਮਦ ਖਾਨ ਸਾਹਿਬ ਦੇ ਘਰ ਦੀ ਨਸਲ। ਹਾਂ, ਸਹੀ ਗੱਲ। ਉਹਦੇ ਬਾਅਦ ਸ਼ੇਰ ਦਿਲ ਉਹਨਾਂ ਦੇ ਘਰ ਦੀ ਨਸਲ। ਫਿਰ ਉਹਦੇ ਬਾਅਦ ਸਾਡੇ ਕੋਲ ਚੀਨੇ ਆਏ, ਕੁਝ ਮੁਲਤਾਨ ਤੋਂ ਆਏ, ਦਾਦਾ ਜੀ ਵਾਲੇ ਚੀਨੇ। ਹਾਂ, ਉਹਨਾਂ ਦੇ ਵਿੱਚ ਅਸੀਂ ਹਰੀ ਮਾਦੀਆਂ ਪਾ ਕੇ ਕ੍ਰਾਸ ਕਰਾ ਕੇ ਉਹਨਾਂ ਨੂੰ ਸਬਜ਼ ਚੀਨੇ ਬਣਾਏ, ਉਹ ਬੜੇ ਅੱਛੇ ਬਣੇ। ਖਾਸ ਤੌਰ ਤੇ ਇਹੋ ਹੀ ਕਬੂਤਰ ਨੇ ਸਾਡੇ ਕੋਲ। ਇਹਦੇ ਬਾਅਦ ਫਿਰ ਕੁਝ ਹੁਣ ਥੋੜੇ ਜਿਹੇ ਟੈਡੀ ਵੀ ਵਿੱਚ ਅਸੀਂ ਪਾਏ ਨੇ। ਦੋਸਤਾਂ ਕੋਲੋਂ 1-2 ਦੋਸਤ ਨੇ ਸਾਡੇ, ਉਹਨਾਂ ਕੋਲ ਬੜੇ ਅੱਛੇ ਟੈਡੀ ਨੇ, ਉਹਨਾਂ ਕੋਲ ਲਿਆ ਕੇ ਉਹ ਵੀ ਹੁਣ ਅੱਛੀ ਪ੍ਰਵਾਜ਼ ਕਰਕੇ ਦਿਖਾ ਰਹੇ ਨੇ। ਫਾਤੀ ਖਾਨ ਸਾਹਿਬ ਵਾਲੇ ਕਬੂਤਰ ਨਹੀਂ ਪਾਏ ਤੁਸੀਂ? ਪਾਤੀ ਖਾਂ ਵਾਲੇ ਦਰਅਸਲ ਕਬੂਤਰ ਅਸੀਂ, ਕਿਉਂਕਿ ਖਾਨ ਸਾਹਿਬ ਤੇ ਪਾਤੀ ਖਾਂ ਦਾ ਆਪਸ 'ਚ ਜ਼ਿਆਦਾ ਕਬੂਤਰਬਾਜ਼ੀ ਦਾ ਲੈਣ ਦੇਣ ਨਹੀਂ ਸੀ, ਹਾਂ, ਤੇ ਇਸ ਕਰਕੇ ਸਾਨੂੰ ਉਹਨਾਂ ਦੇ ਬਾਰੇ 'ਚ ਜ਼ਿਆਦਾ ਇਲਮ ਨਹੀਂ ਹੋਇਆ। ਲੇਕਿਨ ਸੁਣਿਆ ਪਾਤੀ ਖਾਂ ਕੋਲ ਬਹੁਤ ਅੱਛੇ ਚੀਨੇ ਸਨ ਤੇ ਹਰੇ ਸਨ। ਚੀਨੇ ਹਰੇ ਹਾਂ, ਚੱਪੜੇ। ਜਿਹੜੇ ਸਰਦਾਰ ਗੋਗੇ ਕੋਲ ਉਹਨਾਂ ਦੇ ਹੈਗੇ ਨੇ। ਹਾਂ ਹਾਂ ਹਾਂ, ਉਹਨਾਂ ਕੋ ਵੀ ਅੱਛੇ ਨੇ ਕਬੂਤਰ। ਠੀਕ ਹੋ ਗਿਆ ਹਮਜ਼ਾ ਭਾਈ, ਤੁਸੀਂ ਹੁਣ ਸਾਨੂੰ ਬਰੀਡਰ ਕਬੂਤਰਾਂ ਦਾ ਸ਼ੌਕ ਕਰਵਾਓ। ਤੇ ਜਿਹੜੇ ਸੀਜ਼ਨ ਦੇ ਪਿਛਲੇ ਸੀਜ਼ਨ ਦੇ ਵੀ ਬਚ ਗਏ ਨੇ ਜਿਹੜੇ ਉੱਡਦੇ ਪਏ ਸੀ, ਉਹਨਾਂ ਤੋਂ ਸਟਾਰਟ ਕਰਨੇ, ਫਿਰ ਅਸੀਂ ਬਰੀਡਰਸ ਵੱਲ ਜਾਂਦੇ ਹਾਂ। ਚਲੋ ਦੇਖੋ।